ਕਿ ਪੁਲਿਸ ਨੂੰ ਇਹ ਸਮਝਣ ਦੇ ਵਿੱਚ ਮਈ ਤੇ ਜੂਨ 2 ਮਹੀਨੇ ਲੱਗ ਗਏ ਕਿ ਇਹ ਪਿਸਟਲ ਜਿਹੜੀ ਆ ਖਿਡੌਣਾ ਪਿਸਟਲ ਸੀ। ਇੱਕ FIR ਰਜਿਸਟਰਡ ਹੁੰਦੀ, ਸਾਰਿਆਂ ਨੂੰ ਪਤਾ ਲੱਗਾ ਕਿ ਜੇ ਇੱਕ FIR ਰਜਿਸਟਰਡ ਹੋਈ ਹੈ ਸਿੱਧੂ ਮੂਸੇਵਾਲੇ ਦੇ ਖਿਲਾਫ। DGP ਸਾਹਿਬ ਦੀਆਂ ਡਾਇਰੈਕਸ਼ਨਸ ਤੇ ਉਹ FIR ਹੋਈ, ਠੀਕ ਹੈ ਜੀ। ਉਹਦੇ ਵਿੱਚ ਸਟਾਰਟਿੰਗ ਦੇ ਵਿੱਚ ਆਇਆ ਕਿ 188 IPC ਦੀ ਤੇ 51 ਮੈਨੇਜਮੈਂਟ ਜਿਹੜਾ ਡਿਜ਼ਾਸਟਰ ਐਕਟ ਦਾ ਲਾਗੂ। ਪੁਲਿਸ ਮੁਲਾਜ਼ਮਾਂ ਵਾਲੀ ਗੱਲ ਹੈ, ਜਿਹੜੀ ਪੁਲਿਸ ਨੂੰ ਜ਼ਮਾਨਤ ਮਿਲੀ ਹੈ ਕਿਉਂਕਿ ਇਹਦੇ ਵਿੱਚ ਹੈੱਡ ਕਾਂਸਟੇਬਲ ਜਿਹੜੇ ਪੁਲਿਸ ਦੇ ਮੁਲਾਜ਼ਮ ਸੀਗੇ ਉਹਨਾਂ ਨੂੰ ਕਿਸ ਆਧਾਰ ਤੇ ਜ਼ਮਾਨਤ ਮਿਲੀ ਸੀ, ਕੀ ਕੁਝ ਕਿਹਾ ਗਿਆ ਸੀ ਉਹਨਾਂ ਦੇ ਵੱਲੋਂ? ਪਰ ਉਹ ਕੋਰਟ 'ਚ ਇੱਕ ਚੀਜ਼ ਕਲੀਅਰ ਕਰ ਰਹੇ ਨੇ ਕਿ ਜਿਹੜੀ ਫਾਇਰ ਆਰਮ ਜੋ ਉੱਥੇ ਫਾਇਰ ਸ਼ਾਟ ਚੱਲੇ ਨੇ ਉਹ ਪੁਲਿਸ ਮੁਲਾਜ਼ਮਾਂ ਵੱਲੋਂ ਨਹੀਂ ਕੀਤੇ ਗਏ। ਉਹ ਜਿਹੜੇ ਸਿੱਧੂ ਮੂਸੇਵਾਲਾ ਤੇ ਉਹਦੇ ਨਾਲ ਜਿਹੜੇ 5-4 ਉਹਦੇ ਕੋਈ ਸਾਥੀ ਨਾਲ ਸੀਗੇ ਉਹ ਉਹਨਾਂ ਵੱਲੋਂ ਕੀਤੇ ਗਏ ਨੇ। ਇੱਕ ਪਾਸੇ ਤਾਂ ਉਹਨਾਂ ਦਾ ਇਹ ਸਟੈਂਡ ਹੈ ਜੀ ਕਿ ਅਸੀਂ ਨਹੀਂ ਚਲਾਇਆ, ਸਿੱਧੂ ਮੂਸੇਵਾਲੇ ਤੇ ਉਹਨਾਂ ਪੰਜਾਂ ਨੇ ਫਾਇਰ ਸ਼ਾਟਸ ਕੀਤੇ ਨੇ। ਹੁਣ ਦੂਸਰੇ ਪਾਸੇ ਜਿਹੜੀ ਇਨਕੁਆਇਰੀ ਜਾਂ ਰਿਪੋਰਟ ਜਿਹੜਾ ਪੁਲਿਸ ਦਾ ਰਿਪੋਰਟ ਸ਼ੋ ਹੋ ਰਿਹਾ ਹੈ ਜੋ ਕੋਰਟ ਦੇ ਵਿੱਚ ਇਹਨਾਂ ਨੇ ਕਿਹਾ ਹੈ, ਉੱਥੇ ਜਿਹੜੀ ਇਨਕੁਆਇਰੀ ਆਫੀਸਰ ਦੀ ਰਿਪੋਰਟ ਹੈ ਉਹ ਇਹ ਕਹਿ ਰਹੀ ਹੈ ਕਿ ਜੀ ਉਹ ਜਿਹੜੀ ਪਿਸਟਲ ਸੀ ਜਿਹੜੇ ਉਹ ਫਾਇਰ ਸ਼ਾਟ ਸੀਗੇ ਉਹ ਇੱਕ ਟੌਏ ਪਿਸਟਲ ਤੋਂ ਕੀਤੇ ਗਏ ਨੇ। ਪੁਲਿਸ ਮੁਲਾਜ਼ਮ ਖੁਦ ਕਹਿ ਰਹੇ ਨੇ ਕਿ ਅਸੀਂ ਸਿਰਫ ਉਸ ਵੀਡੀਓ ਦੇ ਵਿੱਚ ਮੌਜੂਦ ਹਾਂ, ਅਸੀਂ ਗੋਲੀ ਚਲਾਉਣ 'ਚ ਨਹੀਂ ਹੈਗੇ, ਫਾਇਰਿੰਗ 'ਚ ਨਹੀਂ ਹੈਗੇ, ਉਹ ਸਿੱਧੂ ਮੂਸੇਵਾਲੇ ਤੇ ਉਹਦੇ ਸਾਥੀਆਂ ਨੇ ਚਲਾਈ। ਪਰ ਹੁਣ ਸਿੱਧੂ ਮੂਸੇਵਾਲਾ ਦੇ ਮਾਮਲੇ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਉਹ ਟੌਏ ਪਿਸਟਲ ਸੀਗੀ। ਪਰ ਟੌਏ ਪਿਸਟਲ ਤੋਂ ਫਾਇਰਿੰਗ ਕਿਵੇਂ ਹੋ ਸਕਦੀ ਹੈ ਫਿਰ? ਘੁੰਮਣ ਸਾਹਿਬ, ਇੱਥੇ ਇਹੀ ਸਵਾਲ ਹੈ ਕਿ ਜਿਹੜੀ ਇਹ ਗੱਲ ਟੌਏ ਪਿਸਟਲ ਵਾਲੀ ਹੈ ਇਹ ਤਾਂ ਸ਼ਾਇਦ ਫਿਰ ਫਸਟ ਡੇ ਸਾਹਮਣੇ ਆ ਜਾਣੀ ਚਾਹੀਦੀ ਸੀ। ਇਸ ਗੱਲ ਨੂੰ 2 ਮਹੀਨੇ ਤਾਂ ਲੱਗਣੇ ਨਹੀਂ ਸੀ ਚਾਹੀਦੇ। ਮੇਰਾ ਇੱਕ ਸਵਾਲ ਇਸ ਕੇਸ ਦੇ ਵਿੱਚ ਰਣਜੀਤ ਜੀ, ਸਾਰੇ ਸਿਸਟਮ ਨੂੰ ਮੈਂ ਇੱਕ ਸਵਾਲ ਕਰਦਾ ਕਿ ਜੇ ਇਹ ਟੌਏ ਪਿਸਟਲ ਹੀ ਸੀ ਯਾਰ, ਤਾਂ ਤੂੰ ਉੱਥੇ ਜਿਹੜੀ IRB ਦੀ ਹੈੱਡਕੁਆਟਰ ਹੈ ਲੱਡਾ ਕੋਠੀ, ਤੁਸੀਂ ਉੱਥੇ ਉਹਨੂੰ ਟੈਸਟ ਕਰਨ ਲਈ ਇੱਕ ਟੌਏ ਪਿਸਟਲ ਲੈ ਕੇ ਕੀ ਕਰੋਗੇ? ਇੱਕ ਮੇਰਾ ਵੱਡਾ ਸਵਾਲ ਹੈ ਪੰਜਾਬ ਪੁਲਿਸ ਨੂੰ ਕਿ ਤੁਸੀਂ ਇੱਕ ਟੌਏ ਪਿਸਟਲ ਨੂੰ ਤੇ ਚੈੱਕ ਹੀ ਕਰਨਾ ਸੀ ਤਾਂ ਉਹਦਾ ਘਰ ਹੀ ਕਰ ਲੈਂਦਾ ਤੂੰ। ਨੰਬਰ 2, ਕੀ ਟੌਏ ਪਿਸਟਲ ਨੂੰ ਚੈੱਕ ਕਰਨ ਲਈ ਅੱਗੇ ਟਾਰਗੇਟ ਦੀ ਲੋੜ ਹੁੰਦੀ ਹੈ? ਕਿ ਹੁਣ ਤੱਕ ਦੀ ਜੋ ਇਨਵੈਸਟੀਗੇਸ਼ਨ ਐਕਟ ਐਂਡ ਕੰਡਕਟ ਪੰਜਾਬ ਪੁਲਿਸ ਨੇ ਕਰਕੇ ਦਿਖਾਇਆ ਹੈ ਇਹ ਟੋਟਲੀ ਬਾਇਸ ਤੇ ਡਿਫੈਕਟਿਵ ਇਨਵੈਸਟੀਗੇਸ਼ਨ ਹੈ। ਦੇਖੋ, ਬਾਇਸ ਮੈਂ ਕਹਾਂਗਾ ਕਿ ਸਿੱਧੂ ਮੂਸੇਵਾਲਾ ਮੈਟਰ ਦੇ ਵਿੱਚ ਇਨਵੋਲਵ ਸੀ, ਡਾਇਰੈਕਟਲੀ ਪੰਜਾਬ ਪੁਲਿਸ ਇਨਵੋਲਵ ਸੀ, ਇਸ ਕਰਕੇ ਇਹ ਜਿਹੜਾ ਇਹਨਾਂ ਨੇ ਤੁਸੀਂ ਕਹ ਲਓ ਕਿ ਇੱਕ ਬਾਇਸ ਕੀਤਾ ਜੀ। ਤੇ ਡਿਫੈਕਟਿਵ ਇਨਵੈਸਟੀਗੇਸ਼ਨ ਕੀਤੀ ਹੈ, ਜਿਵੇਂ ਪਹਿਲਾਂ ਬ੍ਰਦਰ ਨੇ ਤੁਹਾਨੂੰ ਦੱਸਿਆ ਜੀ 188 ਤੇ 51 ਸਿੰਪਲ ਸੈਕਸ਼ਨਸ ਲਾਈਆਂ। ਸੋ ਡੇ 1 ਤੋਂ ਇੱਕ ਚੀਜ਼ ਸਾਨੂੰ ਕਲੀਅਰ ਲੱਗ ਰਹੀ ਸੀ ਵੀ ਇਹ ਸਾਰੇ ਮੈਟਰ ਨੂੰ ਕਿਸੇ ਨਾ ਕਿਸੇ ਤਰੀਕੇ ਅੰਡਰ ਦੀ ਕਾਰਪੇਟ ਜਾਂ ਉਸ ਮੈਟਰ ਨੂੰ ਕਵਰ ਕਰਨਾ ਚਾਹੁੰਦੇ ਨੇ। ਮੀਡੀਆ ਤੇ ਲਾਇਰਸ ਇਹ ਦੋ ਥੰਮ ਇਹੋ ਜਿਹੇ ਨੇ ਦੇਸ਼ ਦੇ, ਜੇ ਡੈਮੋਕ੍ਰੇਸੀ ਦੇ ਸਟਰੋਂਗ ਪਿਲਰਸ ਮੈਂ ਕਹਿ ਸਕਦਾ, ਜੇ ਸਰ ਇਹਨਾਂ ਨੂੰ ਆਪਾਂ ਮਾਰਤਾ ਨਾ ਤਾਂ ਇੱਕ ਚੀਜ਼ ਦੇਖ ਲਿਓ, ਨਾਰਥ ਕੋਰੀਆ, ਸਾਊਥ ਕੋਰੀਆ ਤੇ ਜੋ ਚਾਈਨਾ 'ਚ ਹੁੰਦਾ ਹੈ ਉਹੀ ਸਿਸਟਮ ਸਾਰੀ ਇੰਡੀਆ 'ਚ ਹੋਏਗਾ। ਵਟ ਹੀ ਐਕਸਪੈਕਟ ਫਰੋਮ ਅਸ, ਮੈਂ ਕੀ ਇਹਨੂੰ ਜਸਟੀਫਾਈ ਕਰਾਂ ਕਿ ਤੂੰ ਉੱਥੇ AK-47 ਲੈ ਕੇ ਕਰੋਨਾ ਦੇ ਦਿਨਾਂ 'ਚ ਤੂੰ ਗੋਲੀ ਚਲਾ ਰਿਹਾ ਹੈ, ਜਾਂ ਤੂੰ ਉੱਥੇ ਜਾ ਕੇ ਜਿਹੜੀ ਤੂੰ ਪਿਸਟਲ ਚਲਾਈ ਹੈ ਲੱਡਾ ਖੁੱਟੀ 'ਚ, ਤੂੰ ਸਾਡੇ ਤੋਂ ਕੀ ਆਸ ਕਰਦਾ ਹੈ? ਕਿ ਤੈਨੂੰ ਅਸੀਂ ਜਸਟੀਫਾਈ ਕਰੀਏ ਤੂੰ ਸਹੀ ਕੀਤਾ? ਤੂੰ ਮੀਡੀਆ ਤੋਂ ਕੀ ਆਸ ਕਰਦਾ ਹੈ? ਤੇਰੀ ਮੈਂ ਇੰਸਟਾਗ੍ਰਾਮ ਤੇ ਮੈਂ ਤੇਰੀਆਂ ਗੱਲਾਂ ਸੁਣੀਆਂ ਕਿ ਜੀ ਇਹ ਕਾਲੇ ਕੋਟ ਪਾ ਕੇ ਇਹ ਵਿਹਲੇ ਨੇ। ਇਹ ਸਾਰਾ ਇਹ ਤੁਹਾਨੂੰ ਇੱਕ ਚੀਜ਼ ਦੱਸ ਦਿੰਦਾ, ਇਹ ਜਿਹੜੀ ਗੱਲਾਂ ਤੁਸੀਂ ਕਰਦੇ ਹੋ ਇਹ ਮੈਂ ਤੁਹਾਨੂੰ ਕਹਿੰਦਾ ਬਿਲਕੁਲ ਸਟਾਪ ਕਰੋ। ਅਸੀਂ ਮੀਡੀਆ ਜਾਂ ਲਾਇਰਸ ਨੇ ਆਪਣੀਆਂ ਡਿਊਟੀਆਂ ਨਿਭਾਉਣੀਆਂ ਨੇ। ਅਸੀਂ ਜੇ ਸਟਰੋਂਗ ਰਵਾਂਗੇ ਤਾਂ ਤਾਂ ਹੀ ਜਸਟਿਸ ਕੱਲ੍ਹ ਨੂੰ ਕਰਾ ਪਾਵਾਂਗੇ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਸੰਗਰੂਰ ਅਦਾਲਤ ਦੇ ਵੱਲੋਂ ਅੰਤਰਿਮ ਜ਼ਮਾਨਤ ਦੇ ਦਿੱਤੀ ਗਈ ਹੈ। ਪਰ ਵੱਡੀ ਗੱਲ ਇਹ ਹੈ ਕਿ ਪੰਜਾਬ ਪੁਲਿਸ ਦੇ ਕੋਲ ਜਿਹੜੀ ਇੱਕ ਪਿਸਟਲ ਬਰਾਮਦ ਕੀਤੀ ਗਈ ਹੈ, ਰਿਕਵਰ ਕੀਤੀ ਗਈ ਹੈ, ਉਹ ਦੱਸਿਆ ਜਾ ਰਿਹਾ ਹੈ ਕਿ ਉਹ ਟੌਏ ਪਿਸਟਲ ਸੀ। ਭਾਵ ਕਿ ਜਿਹੜੀ ਵੀਡੀਓ ਦੇ ਵਿੱਚ ਸਿੱਧੂ ਮੂਸੇਵਾਲਾ ਇੱਕ ਵੈਪਨ ਚਲਾ ਰਿਹਾ ਸੀ ਉਹ ਖਿਡੌਣਾ ਹੀ ਸੀ। ਇਸੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਘੁੰਮਣ ਬ੍ਰਦਰਜ਼ ਮੌਜੂਦ ਨੇ। ਕੀ ਕੁਝ ਅਦਾਲਤ ਦੇ ਵੱਲੋਂ ਇਸ ਦੇ ਵਿੱਚ ਵਰਡਿਕਟ ਆਇਆ ਹੈ, ਕੀ ਕੁਝ ਪੁਲਿਸ ਦੇ ਵੱਲੋਂ ਬਰਾਮਦਗੀਆਂ ਹੋਈਆਂ ਨੇ, ਕੀ ਕੁਝ ਪੁਲਿਸ ਦੇ ਵੱਲੋਂ ਕਿਹਾ ਗਿਆ, ਇਸੇ ਤੇ ਗੱਲਬਾਤ ਕਰਾਂਗੇ। ਘੁੰਮਣ ਸਾਹਿਬ, ਸਿੱਧੂ ਮੂਸੇਵਾਲਾ ਨੂੰ ਇੰਟਰਮ ਬੇਲ ਮਿਲ ਗਈ ਹੈ, ਕਿਸ ਆਧਾਰ ਤੇ ਜਿਹੜੀ ਇਹ ਜ਼ਮਾਨਤ ਹੈ ਇਹ ਦਿੱਤੀ ਗਈ ਹੈ ਅਦਾਲਤ ਦੇ ਵੱਲੋਂ, ਜੋ ਫੈਸਲਾ ਕੀ ਆਇਆ? ਦੇਖੋ, ਉਹਦੇ 'ਚ ਮੁੱਖ ਜਿਹੜਾ ਆਧਾਰ ਰੱਖਿਆ ਕੋਰਟ ਵੱਲੋਂ ਉਹ ਇੱਕ ਤਾਂ ਇਹ ਹੈ ਕਿ ਜਿਹੜੀ ਉਹ ਵੀਡੀਓ ਸੀ ਉਹਦੀ ਅਥੈਂਟਿਸਿਟੀ ਜਿਹੜੀ ਉਹ ਚੈੱਕ ਕੀਤੀ ਜਾਏਗੀ। ਸੋ FSL ਨੂੰ ਉਹਦੀ ਜਿਹੜੀ ਲੈਬੋਰਟਰੀ ਆ ਉਹਦੀ ਜਿਹੜੀ ਹੈਗੀ ਵੀਡੀਓ ਭੇਜਾਂਗੇ ਜੀ। ਇਟ ਟੇਕਸ ਟਾਈਮ। ਸੈਕੰਡ ਉਹਦੇ ਵਿੱਚ ਇਹ ਸੀਗਾ ਕਿ ਨੋ ਇੰਜਰੀ ਮੈਟਰ ਹੈਗਾ। ਤੇ ਥਰਡ ਉਹਨਾਂ ਨੇ ਕਿਹਾ ਕਿ ਜਿਹੜਾ ਉਹ ਪਿਸਟਲ ਸੀਗਾ
ਉਹ ਮੈਂ ਤੁਹਾਨੂੰ ਇਹ ਬੇਸ ਦੱਸ ਰਿਹਾ ਜਿਹਨੂੰ ਰੱਖ ਕੇ ਇਹਨਾਂ ਨੇ ਜਿਹੜੀ ਬੇਲ ਉੱਥੇ ਜਿਹੜੀ ਇੰਟਰਮ ਬੇਲ ਲਈ ਹੈ ਕਿ ਜਿਹੜੀ ਉਹ ਪਿਸਟਲ ਸੀ ਉਹ ਵੀ ਜਿਹੜੀ ਪਿਸਟਲ ਹੈ ਉਹ ਟੋਏ ਪਿਸਟਲ ਸੀਗੀ। ਸੋ ਇਹ 3-4 ਚੀਜ਼ਾਂ ਜਿਹੜੀਆਂ ਨੇ ਉਹ ਮੁੱਖ ਰੱਖ ਕੇ ਉਹਨਾਂ ਨੇ ਜਿਹੜੀ ਬੇਲ ਐਪਲੀਕੇਸ਼ਨ ਇੰਟਰਮ ਬੇਲ ਐਪਲੀਕੇਸ਼ਨ ਹੈ ਉਹ ਉਹਨਾਂ ਨੇ ਜਿਹੜੀ ਮਾਨਯੋਗ ਕੋਰਟ ਹੈਗੇ ਨੇ ਸਾਡੇ ਸੰਗਰੂਰ ਦੇ ਵਿੱਚ ਐਡੀਸ਼ਨਲ ਸੈਸ਼ਨ ਜੱਜ ਸਾਹਿਬ ਉਹਨਾਂ ਨੇ ਅਲਾਉ ਕੀਤੀ ਹੈ। ਇਹ ਰਿਕਵਰ ਹੋ ਗਈ ਹੈ ਜਿਹੜੀ ਟੋਏ ਪਿਸਟਲ ਹੈ? ਉਹਦੇ ਵਿੱਚ ਜਿਹੜਾ ਰਿਕਾਰਡ ਹੈ ਜਿਹੜਾ ਆਰਡਰ ਦੇ ਵਿੱਚ ਇਹ ਚੀਜ਼ ਆਈ ਹੈ ਕਿ ਰਿਕਾਰਡ ਰਿਵੀਲ ਕਰ ਰਿਹਾ ਕਿ ਜਿਹੜੀ ਟੋਏ ਪਿਸਟਲ ਹੈ ਉਹ ਆਲਰੇਡੀ ਰਿਕਵਰਡ ਹੈ। ਠੀਕ ਹੈ, ਕਿਉਂਕਿ ਇਹ ਜਿਹੜਾ ਘਟਨਾਕ੍ਰਮ ਹੁੰਦਾ ਹੈ ਇਹ ਕਰੀਬ 4 ਮਈ ਨੂੰ ਹੁੰਦਾ ਹੈ। ਹਾਂਜੀ। ਤੇ ਇਹ ਜਿਹੜੀ ਹੁਣ ਜੁਲਾਈ ਚੱਲ ਰਹੀ ਹੈ, ਹਾਂਜੀ, ਕੀ ਪੁਲਿਸ ਨੂੰ ਇਹ ਸਮਝਣ ਦੇ ਵਿੱਚ ਮਈ ਤੇ ਜੂਨ 2 ਮਹੀਨੇ ਲੱਗੇ ਕਿ ਇਹ ਪਿਸਟਲ ਜਿਹੜੀ ਆ ਖਿਡੌਣਾ ਪਿਸਟਲ ਸੀ? ਮੈਂ ਇਹਦੇ ਵਿੱਚ ਮੈਂ ਇਹ ਕਹਿ ਸਕਦਾ ਕਿ ਵੀ ਆਰ ਵੈਰੀ ਡਿਸਅਪੁਆਇੰਟਡ ਹਨਾ ਜਿਹੜਾ ਇਹਨਾਂ ਨੇ ਐਕਟ ਐਂਡ ਕੰਡਕਟ ਸਾਰਾ ਓਵਰਆਲ ਸਿਨੈਰੀਓ ਜਿਹੜਾ ਚੱਲਿਆ ਹੈ। ਦੇਖੋ ਸਟਾਰਟਿੰਗ 'ਚ ਕੀ ਹੁੰਦਾ, ਮੈਂ ਸਿਰਫ 2-3 ਮਿੰਟ ਦੇ ਵਿੱਚ ਕਵਰ ਕਰ ਦੂੰਗਾ। ਇੱਕ FIR ਰਜਿਸਟਰਡ ਹੁੰਦੀ, ਸਾਰਿਆਂ ਨੂੰ ਪਤਾ ਲੱਗਾ ਕਿ ਜੇ ਇੱਕ FIR ਰਜਿਸਟਰਡ ਹੋਈ ਹੈ ਸਿੱਧੂ ਮੂਸੇਵਾਲੇ ਦੇ ਖਿਲਾਫ, DGP ਸਾਹਿਬ ਦੀਆਂ ਡਾਇਰੈਕਸ਼ਨਸ ਤੇ ਉਹ FIR ਹੋਈ। ਠੀਕ ਹੈ ਜੀ। ਉਹਦੇ ਵਿੱਚ ਸਟਾਰਟਿੰਗ ਦੇ ਵਿੱਚ ਇਹ ਆਇਆ ਕਿ 188 IPC ਦੀ ਤੇ 51 ਮੈਨੇਜਮੈਂਟ ਜਿਹੜਾ ਡਿਜ਼ਾਸਟਰ ਐਕਟ ਦਾ ਲਾਤਾ। ਅਸੀਂ ਮੀਡੀਆ ਵੱਲੋਂ ਜਾਂ ਐਡਵੋਕੇਟਸ ਵੱਲੋਂ ਇੱਕ ਚੰਗਾ ਜੁਆਇੰਟ ਇੱਕ ਮੈਂ ਕਹੂੰਗਾ ਕਿ ਇੱਕ ਐਫਰਟ ਕੀਤੀ ਗਈ ਕਿ ਐਦਾਂ ਨਾ ਕਰੋ, ਕਾਨੂੰਨ ਦੇ ਵਿੱਚ ਸਾਰਾ ਸਿਸਟਮ ਨੂੰ ਤੁਸੀਂ ਨਾਲ ਲੈ ਕੇ ਚੱਲੋ, ਜੋ ਬਣਦਾ ਉਹਦੀ ਕਾਰਵਾਈ ਕੀਤੀ ਜਾਵੇ। ਸੋ ਬਾਅਦ 'ਚ ਇਹ ਸ਼ੀਲਡ ਕਰਨਾ ਫਰੋਮ ਦੀ ਵੈਰੀ ਫਸਟ ਡੇ ਸ਼ੁਰੂ ਕਰਤਾ। ਬਾਅਦ 'ਚ ਫਿਰ ਆ ਕੇ ਇਹਨਾਂ ਨੇ ਜਿਹੜਾ ਆਰਮਸ ਐਕਟ ਸੀਗਾ ਉਹਦਾ ਵਾਅਦਾ ਕੀਤਾ। ਉਹ ਮੈਨੂੰ ਲੱਗਦਾ ਕਿ ਜਿਹੜਾ ਪ੍ਰੈਸ਼ਰ ਸਾਡੇ ਵੱਲੋਂ ਜਾਂ ਮੀਡੀਆ ਵੱਲੋਂ ਇੱਕ ਜੁਆਇੰਟ ਜ਼ੋਰ ਲਾ ਕੇ ਕੀਤਾ ਗਿਆ ਕਿ ਕਾਈਂਡਲੀ ਜਸਟਿਸ ਕਰੋ, ਬਾਕੀ ਦੇ ਲੋਕਾਂ ਨੂੰ ਵੀ ਆਪਾਂ ਇੱਕ ਐਗਜ਼ਾਮਪਲ ਦੇਣੀ ਹੈ। ਉਸ ਤੋਂ ਬਾਅਦ ਸਰ ਆ ਜਿਹੜਾ ਹੁਣ ਹੋਇਆ ਹੈ, ਆ ਜਿਹੜਾ ਹੁਣ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਜੀ ਕਿ ਜਿਹੜੇ ਉਹਦੇ 'ਚ ਪੁਲਿਸ ਮੁਲਾਜ਼ਮ ਨੇ ਉਹਨਾਂ ਨੇ ਬੇਲ ਐਪਲੀਕੇਸ਼ਨਸ ਪੁੱਟ ਅਪ ਕੀਤੀਆਂ। ਉਸ ਬੇਲ ਐਪਲੀਕੇਸ਼ਨ 'ਚ ਕਿਤੇ ਇਹ ਪਲੀ ਨਹੀਂ ਆਈ, ਉਹਨਾਂ ਨੇ ਕਿਹਾ ਜੀ ਕਿ ਸਾਡਾ ਰੋਲ ਨਹੀਂ ਹੈਗਾ। ਹੁਣ ਉਹ ਹੌਲੀ ਕਰਦੇ ਜਿਹੜੀਆਂ ਇੰਟਰਮ ਬੇਲ ਸੰਗਰੂਰ ਵਾਲਿਆਂ ਤੋਂ ਉਹਨਾਂ ਨੇ ਕਰਵਾ ਲਈ ਕਿ ਸਾਡਾ ਤਾਂ ਕੋਈ ਰੋਲ ਨਹੀਂ। ਮੇਰਾ ਇਹ ਸਵਾਲ ਸੀਗਾ ਕਿ ਜਿਹੜੀ ਪੁਲਿਸ ਮੁਲਾਜ਼ਮਾਂ ਵਾਲੀ ਗੱਲ ਹੈ, ਜਿਹੜੀ ਪੁਲਿਸ ਨੂੰ ਜ਼ਮਾਨਤ ਮਿਲੀ ਹੈ, ਕਿਉਂਕਿ ਇਹਦੇ ਵਿੱਚ ਹੈੱਡ ਕਾਂਸਟੇਬਲ ਜਿਹੜੇ ਪੁਲਿਸ ਦੇ ਮੁਲਾਜ਼ਮ ਸੀਗੇ ਉਹਨਾਂ ਨੂੰ ਕਿਸ ਆਧਾਰ ਤੇ ਜ਼ਮਾਨਤ ਮਿਲੀ ਸੀ? ਕੀ ਕੁਝ ਕਿਹਾ ਗਿਆ ਸੀ ਉਹਨਾਂ ਦੇ ਵੱਲੋਂ? ਜੀ ਉਹਨਾਂ ਵੱਲੋਂ ਇਹੀ ਗੱਲ ਪੁੱਟ ਅਪ ਕੀਤੀ ਗਈ ਸੀ ਜੀ ਕੋਰਟ ਦੇ ਵਿੱਚ ਕਿ ਅਸੀਂ ਠੀਕ ਹੋਏ ਇਹ ਗੱਲ ਦੀ ਐਡਮਿਸ਼ਨ ਕਰ ਰਹੇ ਨੇ ਕਿ ਉੱਥੇ ਜੋ ਵੀ ਉੱਥੇ ਸਿੱਧੂ ਮੂਸੇਵਾਲੇ ਦੇ ਨਾਲ ਹੋ ਕੇ ਉਹਨਾਂ ਨੇ ਫਾਇਰਿੰਗ ਜ਼ੋਨ ਦੇ ਵਿੱਚ ਜਾ ਕੇ ਲੱਡਾ ਕੋਠੀ ਦੇ ਵਿੱਚ ਫਾਇਰਿੰਗ ਕੀਤੀ ਹੈ। ਪਰ ਉਹ ਕੋਰਟ 'ਚ ਇੱਕ ਚੀਜ਼ ਕਲੀਅਰ ਕਰ ਰਹੇ ਨੇ ਕਿ ਜੀ ਜਿਹੜੀ ਫਾਇਰ ਆਰਮਸ ਜੋ ਉੱਥੇ ਫਾਇਰ ਸ਼ਾਟਸ ਚੱਲੇ ਨੇ ਉਹ ਪੁਲਿਸ ਮੁਲਾਜ਼ਮਾਂ ਵੱਲੋਂ ਨਹੀਂ ਕੀਤੇ ਗਏ। ਉਹ ਜਿਹੜੇ ਸਿੱਧੂ ਮੂਸੇਵਾਲਾ ਤੇ ਉਹਦੇ ਨਾਲ ਜਿਹੜੇ 5-4 ਉਹਦੇ ਕੋਈ ਸਾਥੀ ਨਾਲ ਸੀਗੇ ਉਹ ਉਹਨਾਂ ਵੱਲੋਂ ਕੀਤੇ ਗਏ ਨੇ। ਸੋ ਮੈਂ ਇੱਥੇ ਆ ਕੇ ਇੱਕ ਚੀਜ਼ ਮੈਂ ਕਲੀਅਰ ਕਹਿਣੀ ਚਾਹੁੰਦਾ ਰਣਬੀਰ ਜੀ ਤੁਹਾਡੇ ਚੈਨਲ ਦੇ ਮਾਧਿਅਮ ਤੇ ਰਹੀ ਕਿ ਦੇਖੋ ਜਿਹੜੇ ਪੁਲਿਸ ਮੁਲਾਜ਼ਮ ਸੀਗੇ ਜਿਹੜੇ ਉਹ 5-7 ਸੀਗੇ ਉਹ ਮੌਕਾ ਗਵਾਹ ਸਪੋਰਟ ਵਿਟਨੈਸ ਵੀ ਉਹ ਸੀਗੇ। ਸੋ ਇੱਕ ਪਾਸੇ ਤਾਂ ਉਹਨਾਂ ਦਾ ਇਹ ਸਟੈਂਡ ਹੈ ਜੀ ਕਿ ਅਸੀਂ ਨਹੀਂ ਚਲਾਇਆ, ਸਿੱਧੂ ਮੂਸੇਵਾਲੇ ਤੇ ਉਹਨਾਂ 5 ਨੇ ਫਾਇਰ ਸ਼ਾਟਸ ਕੀਤੇ ਨੇ। ਹੁਣ ਦੂਸਰੇ ਪਾਸੇ ਜਿਹੜੀ ਇਨਕੁਆਇਰੀ ਜਾਂ ਰਿਕਾਰਡ ਜਿਹੜਾ ਪੁਲਿਸ ਦਾ ਰਿਕਾਰਡ ਸ਼ੋਅ ਹੋ ਰਿਹਾ ਹੈ ਜੋ ਕੋਰਟ ਦੇ ਵਿੱਚ ਇਹਨਾਂ ਨੇ ਕਿਹਾ ਹੈ, ਉੱਥੇ ਜਿਹੜੀ ਇਨਕੁਆਇਰੀ ਆਫੀਸਰ ਦੀ ਰਿਪੋਰਟ ਹੈ ਉਹ ਇਹ ਕਹਿ ਰਹੀ ਹੈ ਕਿ ਜੀ ਉਹ ਜਿਹੜੀ ਪਿਸਟਲ ਸੀ ਜਿਹੜੇ ਉਹ ਫਾਇਰ ਸ਼ਾਟ ਸੀਗੇ ਉਹ ਇੱਕ ਟੋਏ ਪਿਸਟਲ ਤੋਂ ਕੀਤੇ ਗਏ ਨੇ। ਸੋ ਇੱਥੇ ਆ ਕੇ ਕਲੀਅਰ ਕੱਟ ਦੋ ਸਟੈਂਡ ਮੇਰੇ ਜੋ ਸਾਡੇ ਸਮਝ ਆ ਰਹੇ ਨੇ। ਕੰਟਰਾਡਿਕਸ਼ਨ ਹੈ ਕਿ ਇਹ ਕੰਟਰਾਡਿਕਸ਼ਨ ਹੈ ਜੀ। ਪੁਲਿਸ ਮੁਲਾਜ਼ਮ ਖੁਦ ਕਹਿ ਰਹੇ ਨੇ ਕਿ ਅਸੀਂ ਸਿਰਫ ਉਸ ਵੀਡੀਓ ਦੇ ਵਿੱਚ ਮੌਜੂਦ ਆ, ਅਸੀਂ ਗੋਲੀ ਚਲਾਉਣ 'ਚ ਨਹੀਂ ਹੈਗੇ, ਫਾਇਰਿੰਗ 'ਚ ਨਹੀਂ ਹੈਗੇ, ਉਹ ਸਿੱਧੂ ਮੂਸੇਵਾਲੇ ਤੇ ਉਹਦੇ ਸਾਥੀਆਂ ਨੇ ਚਲਾਈ। ਪਰ ਹੁਣ ਸਿੱਧੂ ਮੂਸੇਵਾਲਾ ਦੇ ਮਾਮਲੇ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਉਹ ਟੋਏ ਪਿਸਟਲ ਸੀਗੀ। ਪਰ ਟੋਏ ਪਿਸਟਲ ਤੋਂ ਫਾਇਰਿੰਗ ਕਿਵੇਂ ਹੋ ਸਕਦੀ ਹੈ ਫਿਰ? ਮੈਂ ਖੁਦ ਇਸ ਚੀਜ਼ ਤੋਂ ਅਸੀਂ ਬੜੇ ਹੈਰਾਨ ਹਾਂ ਕਿ ਜਦੋਂ ਜਾਂ ਤਾਂ ਦੇਖੋ ਜਿਹੜੇ ਪੁਲਿਸ ਮੁਲਾਜ਼ਮਾਂ ਨੇ ਜਦੋਂ ਬੇਲ ਐਪਲੀਕੇਸ਼ਨਸ ਮਾਨਯੋਗ ਸੰਗਰੂਰ ਕੋਰਟ ਦੇ ਵਿੱਚ ਅਪਲਾਈ ਕੀਤੀਆਂ ਨੇ, ਜਾਂ ਤਾਂ ਇਹ ਸਟੈਂਡ ਡੇ 1 ਹੀ ਲਿਆ ਹੁੰਦਾ, ਉਹਨਾਂ ਪੁਲਿਸ ਮੁਲਾਜ਼ਮਾਂ ਵੱਲੋਂ ਇਹ ਗੱਲ ਕਹੀ ਹੁੰਦੀ ਕਿ ਜੀ ਇਹ ਜਿਹੜੀ ਸੀ ਇਹ ਟੋਏ ਪਿਸਟਲ ਸੀ, ਜਾਂ ਅਸੀਂ ਇੱਕ ਦਿਨ ਨੂੰ ਤੁਸੀਂ ਕਹੋ ਵੀ ਇੱਕ ਖਿਡੌਣਾ ਪਿਸਤੌਲ ਦੇ ਨਾਲ ਅਸੀਂ ਉਹਦੀ ਟ੍ਰੇਨਿੰਗ ਕਰਾ ਰਹੇ ਸੀਗੇ। ਉੱਥੇ ਗਰਾਊਂਡਸ ਇਹ ਲਈਆਂ ਜਾ ਰਹੀਆਂ ਨੇ ਕਿ ਜੀ ਅਸੀਂ ਨਹੀਂ ਚਲਾਈ, ਉਹਨਾਂ ਨੇ ਚਲਾਈ ਹੈ, ਸਿੱਧੂ ਮੂਸੇਵਾਲਾ ਤੇ ਜਿਹੜੇ ਉਹਦੇ ਨਾਲ 5-4 ਉਹਦੇ ਸਾਥੀ ਸੀਗੇ। ਸੋ ਹੁਣ ਮੈਂ ਇਹੀ ਗੱਲ ਅਸੀਂ ਰਿਪੀਟਡਲੀ ਕਹਾਂਗਾ ਕਿ ਫਿਰ ਕੰਟਰਾਡਿਕਸ਼ਨਸ ਹੋ ਰਹੀਆਂ ਨੇ ਕਿ ਜਿਹੜੇ ਮੈਂ ਉਹਨਾਂ ਨੂੰ ਮੌਕਾ ਗਵਾਹ ਵੀ ਕਹਾਂਗਾ, ਉਹਨਾਂ ਨੂੰ ਮੈਂ ਸਪੋਰਟ ਵਿਟਨੈਸ ਵੀ ਕਹਾਂਗਾ, ਚਸ਼ਮਦੀਦ ਨੇ ਉਹਨਾਂ ਦੀ ਸਟੇਟਮੈਂਟ ਜਿਹੜੀ ਹੈ ਮੈਂ ਉਹਦੇ ਉੱਪਰ ਜ਼ਿਆਦਾ ਅਸੀਂ ਰਿਲਾਈ ਕਰਾਂਗੇ। ਤੇ ਦੂਸਰੇ ਬੰਨੇ ਜਿਹੜੇ ਤੁਸੀਂ ਕਹੋ ਵੀ ਜਿਹੜਾ ਇਨਕੁਆਇਰੀ ਆਫੀਸਰ ਹੈ ਜਿਹਨੇ ਹੁਣ ਜਦੋਂ ਸਿੱਧੂ ਮੂਸੇਵਾਲਾ ਵਗੈਰਾ ਦੀ ਬੇਲ ਹੋਈ ਹੈ ਉੱਥੇ ਜਾ ਕੇ ਜਿਹੜਾ ਕੋਰਟ ਨੂੰ ਜਾ ਕੇ ਰਿਕਾਰਡ ਸ਼ੋਅ ਕੀਤਾ ਹੈ, ਉਸ ਕੋਰਟ ਦੇ ਵਿੱਚ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀ ਉਹ ਪਿਸਤਲ ਸੀਗੀ ਉਹ ਅਸੀਂ ਰਿਕਵਰ ਵੀ ਕਰ ਲਈ ਤੇ ਉਹ ਇੱਕ ਸਵਾਲ ਹੈ ਘੁੰਮਣ ਸਾਹਿਬ, ਇੱਥੇ ਇਹੀ ਸਵਾਲ ਹੈ ਕਿ ਜਿਹੜੀ ਇਹ ਗੱਲ ਟੋਏ ਪਿਸਟਲ ਵਾਲੀ ਹੈ ਇਹ ਤਾਂ ਸ਼ਾਇਦ ਫਿਰ ਫਸਟ ਡੇ ਸਾਹਮਣੇ ਆ ਜਾਣੀ ਚਾਹੀਦੀ ਸੀ, ਇਸ ਗੱਲ ਨੂੰ 2 ਮਹੀਨੇ ਤਾਂ ਲੱਗਣੇ ਨਹੀਂ ਸੀ ਚਾਹੀਦੇ। ਅਸੀਂ ਪਹਿਲੇ ਦਿਨ ਤੋਂ ਅਸੀਂ ਇਸ ਚੀਜ਼ ਨੂੰ ਬਾਰ-ਬਾਰ ਰਿਕੁਐਸਟ ਕਰ ਰਹੇ ਹਾਂ ਥਰੂ ਮੀਡੀਆ ਚੈਨਲਸ, ਐਫਰਟ ਕਰ ਲਓ, ਜੇ ਤਾਂ ਕੰਮ ਕਰਨਾ ਫਰੋਮ ਦੀ ਕੋਰ ਆਫ ਹਾਰਟ ਫਿਰ ਤਾਂ ਇਸ ਕੰਮ ਨੂੰ ਕਰੋ। ਦੇਖੋ ਇਹਨਾਂ ਨੇ ਸ਼ੁਰੂ ਤੋਂ ਹੀ ਫਾਰਮੈਲਿਟੀਆਂ ਕੀਤੀਆਂ
ਸ਼ੀਲਡ ਕੀਤਾ। ਦੇਖੋ ਪਹਿਲਾਂ ਮੈਂ 3 ਹਾਸੇ ਇਹਨਾਂ ਦੇ ਮੈਂ ਦੇਖੇ। ਪਹਿਲਾ ਸਿੰਪਲ FIR ਸਿੰਪਲ ਬੇਲੇਬਲ 'ਚ ਯੋਰ ਪੈਣ ਤੇ ਆਰਮਜ਼ ਐਕਟ ਲਾਤਾ। ਫਿਰ ਸੈਕੰਡ ਚੈਪਟਰ ਆਇਆ, ਨਾਭਾ ਪੁਲਿਸ ਨੇ ਉਹਨੂੰ ਖਿਲਾਰਿਆ। ਸਾਡੇ ਕੁਲੀਗ ਨੇ ਰਵੀ ਜੋਸ਼ੀ ਜੀ ਸਾਡੇ ਭਰਾ ਨੇ, ਉਹਨਾਂ ਨੇ ਸਪੈਸ਼ਲ SHO ਨੂੰ ਫੋਨ ਕਰਕੇ ਇੰਟੀਮੇਸ਼ਨ ਦਿੱਤੀ ਕਿ ਇਹਦੇ ਤੇ ਇੱਕ ਸੀਰੀਅਸ ਅਫੈਂਸ ਹੈ, ਇਹ ਜਿਹੜਾ ਹੈਗਾ ਇਹ ਦੋਸ਼ੀ ਹੈ, ਇਹਨੂੰ ਕਾਈਂਡਲੀ ਤੁਸੀਂ ਅਰੈਸਟ ਕਰ ਲਓ। ਉੱਥੋਂ ਪੁਲਿਸ ਨੇ ਉਹਨੂੰ ਅਰੈਸਟ ਨਹੀਂ ਕੀਤਾ। ਹੁਣ ਥਰਡ ਚੀਜ਼ ਆ ਗਈ, ਸਾਨੂੰ ਵੀ ਪੀਪਲ ਆਰ ਐਕਸਪੈਕਟਿੰਗ, ਮੈਂ ਤਾਂ ਕਲੀਅਰ ਕਹਿਤਾ ਸੀ ਫਰੋਮ ਡੇ 1 ਕਿ ਤੁਸੀਂ ਦੇਖਿਓ ਹੌਲੀ ਹੌਲੀ ਵੀ ਗੈਟ ਦੀ ਇਨਫੋਰਮੇਸ਼ਨ ਫਰੋਮ ਸਮ ਰਿਲਾਇਬਲ ਸੋਰਸਿਸ ਕਿ ਇਹਨੂੰ ਸ਼ੀਲਡ ਕਰਨਗੇ, ਇਹ ਜਾਂ ਇਨਕੁਆਇਰੀ 'ਚ ਕੱਢਣਗੇ ਜਾਂ ਕੁਛ ਨਾ ਕੁਛ ਹੋਊਗਾ। ਸੋ ਅੱਜ ਜਿਹੜਾ ਇਹ ਸਾਡੇ ਸਾਹਮਣੇ ਆਰਡਰ, ਅਸੀਂ ਸਿਰ ਝੁਕਾਉਂਦੇ ਹਾਂ ਮਾਨਯੋਗ ਕੋਰਟ ਦੇ ਆਰਡਰ ਬਾਰੇ ਕਿੰਤੂ ਪਰੰਤੂ ਨਹੀਂ, ਪਰ ਜੋ ਪੁਲਿਸ ਦਾ ਰਿਕਾਰਡ ਹੈ ਉਹਦੇ ਬਾਰੇ ਅਸੀਂ ਇਹ ਚੀਜ਼ ਕਲੀਅਰ ਕਹਿ ਚੁੱਕੇ ਹਾਂ ਕਿ ਇਹਦੇ ਵਿੱਚ ਇੱਕ ਵੱਡਾ ਦੇਰ ਇਜ਼, ਤੁਸੀਂ ਕਹਿ ਲਓ ਕਿ ਸਮਥਿੰਗ ਫਿਸ਼ੀ ਨਹੀਂ, ਸਾਰਾ ਕੁਛ ਹੀ ਫਿਸ਼ੀ ਹੈ। ਇੱਥੇ ਇੱਕ ਸਵਾਲ ਇੱਕ ਹੋਰ ਹੈ ਕਿ ਆਰਮਜ਼ ਐਕਟ ਇਨਕੋਰਪੋਰੇਟ ਕੀਤਾ ਗਿਆ, ਹਾਂਜੀ, ਉਦੋਂ ਵੀ ਇਨਕੁਆਇਰੀ 'ਚ ਫਿਰ ਕੀ ਆਇਆ? ਉਦੋਂ ਨਹੀਂ ਆਇਆ ਕਿ ਖਿਡੌਣਾ ਪਿਸਟਲ ਸੀ, ਕਿ ਆਰਮਜ਼ ਐਕਟ ਕਿਵੇਂ ਲੱਗ ਗਿਆ? ਦੇਖੋ ਤੁਸੀਂ ਜਿਹੜੀ 25/30 ਸੈਕਸ਼ਨ ਲਾਇਆ, ਜਿੱਥੋਂ ਤੱਕ ਰਣਬੀਰ ਜੀ ਸਾਡੇ ਕੋਲ ਹੈਗਾ IG ਜਿਹੜੇ ਆਪਣੇ ਹੈਗੇ ਨੇ ਪਟਿਆਲੇ ਵਾਲੇ ਔਲਖ ਸਾਹਿਬ, ਹਨਾ, ਬੜੇ ਓਨੈਸਟ ਆਫੀਸਰ ਨੇ, ਉਹਨਾਂ ਦੀ ਦੇਖ ਰੇਖ ਥੱਲੇ ਸਾਡੀ ਜਿਹੜੀ ਇਹਦੀ ਸਾਰੀ ਚੱਲ ਰਹੀ ਸੀ, ਕਿਉਂਕਿ ਉਹਨਾਂ ਦੀ ਰੇਂਜ 'ਚ ਆਉਂਦੇ ਨੇ ਦੋਨੇ ਜਿਹੜੇ, ਉਹ ਬੈਠੇ ਨੇ। ਆਰਮਜ਼ ਐਕਟ ਤੁਸੀਂ ਹਾਈ ਕੋਰਟ ਦੇ ਵਿੱਚ ਇੱਕ ਬਿੱਲ ਦੇ ਵਿੱਚ ਕਹਿ ਰਹੇ ਹੋ ਜੀ ਆਰਮਜ਼ ਐਕਟ ਅਸੀਂ ਜਿਹੜਾ ਇਨਕੋਰਪ ਕਰਤਾ ਹੈ। ਜੀ ਹਜੇ ਉਸ ਦੇਖੋ ਉਹ ਵੱਡੀ ਗੱਲ ਇਹ ਹੈ ਕਿ ਉਹ ਤੁਸੀਂ ਇੱਕ ਆਫੀਸਰ ਨੇ ਇਨਕੋਰਪ ਕੀਤਾ, ਉਹ ਕਿੱਦਾਂ ਕੀਤਾ? ਜੇ ਟੋਏ ਪਿਸਟਲ ਹੀ ਸੀਗੀ ਤਾਂ ਉਹ ਇਨਕੋਰਪ ਕਰਨ ਦੀ ਕੀ ਲੋੜ ਸੀ? ਔਰ ਇੱਥੇ ਸਰ ਮੈਂ ਇੱਕ ਵੱਡੀ ਗੱਲ ਕਰੂੰਗਾ, ਪੁਲਿਸ ਆਫੀਸਰਸ ਜਿਹੜੇ ਵਿੱਚ ਇਨਵੋਲਵ ਸੀ, ਭਾਵੇਂ ਕੋਈ ਛੋਟਾ ਸੀ ਕੋਈ ਵੱਡੇ ਰੈਂਕ ਦਾ ਸੀ, ਉਹਨਾਂ ਨੇ ਮਾਨਯੋਗ ਕੋਰਟ ਨੂੰ ਮਹੀਨਾ ਡੇਢ ਮਹੀਨਾ ਪਹਿਲਾਂ ਅਪਰੋਚ ਕੀਤਾ, ਉਹ ਹਾਈ ਕੋਰਟ ਤੱਕ ਪਹੁੰਚ ਗਏ, ਇਹਨੇ ਨਹੀਂ ਕੀਤਾ। ਇਹ 1.5-2 ਮਹੀਨਾ ਬਾਅਦ ਸਾਰੀ ਦੀ ਆ ਜਿਹੜੀ ਬੇਲ ਹੁਣ ਐਪਲੀਕੇਸ਼ਨ ਲੱਗੀ ਏ, ਆ ਜਿਹੜੀ ਸਬਸੀਕੁਐਂਟ ਡਿਵੈਲਪਮੈਂਟ ਕਰਕੇ ਲੈ ਕੇ ਆਏ ਨੇ ਕੇਸ 'ਚ। ਮੇਰਾ ਇੱਕ ਸਵਾਲ ਇਸ ਕੇਸ ਦੇ ਵਿੱਚ ਰਣਬੀਰ ਜੀ, ਸਾਰੇ ਸਿਸਟਮ ਨੂੰ ਮੈਂ ਇੱਕ ਸਵਾਲ ਕਰਦਾ ਕਿ ਜੇ ਇਹ ਟੋਏ ਪਿਸਟਲ ਹੀ ਸੀ ਯਾਰ, ਤਾਂ ਤੂੰ ਉੱਥੇ ਜਿਹੜੀ IRB ਦੀ ਹੈੱਡ ਕੁਆਟਰ ਏ ਲੱਡਾ ਕੁੱਠੀ, ਤੁਸੀਂ ਉੱਥੇ ਉਹਨੂੰ ਟੈਸਟ ਕਰਨ ਲਈ ਇੱਕ ਟੋਏ ਪਿਸਟਲ ਲੈ ਕੇ ਕੀ ਕਰਨ ਗਏ? ਇੱਕ ਮੇਰਾ ਵੱਡਾ ਸਵਾਲ ਹੈ ਪੰਜਾਬ ਪੁਲਿਸ ਨੂੰ ਕਿ ਤੁਸੀਂ ਇੱਕ ਟੋਏ ਪਿਸਟਲ ਨੂੰ ਜੇ ਚੈੱਕ ਹੀ ਕਰਨਾ ਸੀ ਤਾਂ ਉਹ ਤਾਂ ਘਰ ਹੀ ਕਰ ਲੈਂਦਾ ਤੂੰ, ਨੰਬਰ 1। ਨੰਬਰ 2, ਕਿ ਟੋਏ ਪਿਸਟਲ ਨੂੰ ਚੈੱਕ ਕਰਨ ਲਈ ਅੱਗੇ ਟਾਰਗੇਟ ਦੀ ਲੋੜ ਹੁੰਦੀ ਹੈ, ਜਿਹੜਾ ਤੁਸੀਂ ਟਾਰਗੇਟ ਅੱਗੇ ਰੱਖ ਕੇ ਨਿਸ਼ਾਨੇ ਲਾ ਰਹੇ ਹੋ। ਔਰ ਪਹਿਲਾਂ ਤਾਂ ਸਾਡੇ ਸਾਰੇ ਮੈਨੂੰ ਲੱਗਦਾ ਪਬਲਿਕ ਦੇ ਵਿੱਚ ਇਹ ਗੱਲ ਆਈ ਕਿ ਇਹ ਜਿਹੜਾ ਜੋ ਉਹਨਾਂ ਦੇ ਨਿੱਜੀ ਹਥਿਆਰ ਨੇ, ਹੁਣ ਇਹ ਜੀ ਇਹ ਟੋਏ ਗਨ। ਨੰਬਰ 2, ਕਿ ਲੱਡਾ ਕੋਠੀ ਦੇ ਵਿੱਚ ਜਾ ਕੇ ਟੋਏ ਗਨ ਨੂੰ ਟੈਸਟ ਕਰਨ ਦੀ ਕੀ ਜ਼ਰੂਰਤ ਸੀ? ਔਰ ਇਸ ਤੋਂ ਵੱਡੀ ਗੱਲ ਮੈਂ ਤੁਹਾਨੂੰ ਦੱਸਦਾ, 269 ਦੇਖੋ, ਮੈਂ ਇਸ ਚੀਜ਼ ਨੂੰ ਕਹਿੰਦਾ ਕਿ ਚਲੋ ਮੈਂ ਇਹਨਾਂ ਦੀ ਗੱਲ ਤੋਂ ਰੱਖ ਦਿੰਦਾ, ਇਹ ਟੋਏ ਪਿਸਟਲ ਹੀ ਹੈ। 269 IPC ਦੀ ਕੀ ਕਹਿੰਦੀ ਹੈ? ਸਪਰੈਡ, ਨੈਗਲੀਜੈਂਟਲੀ ਸਪਰੈਡ ਡਿਜ਼ੀਜ਼ ਨੂੰ ਕਰਨਾ। ਕਰੋਨਾ ਦੇ ਟਾਈਮ ਦੇ ਵਿੱਚ ਉੱਥੇ 6-7-8 ਬੰਦੇ ਖੜ ਕੇ 269 ਨਹੀਂ ਲਾਈ, 336। ਅਸੀਂ ਇਹ ਨਹੀਂ ਸੀ ਕਿਹਾ ਕਿ 307 ਲਾ ਦਿਓ, ਇਹ ਅਸੀਂ ਇਹ ਨਹੀਂ ਸੀ ਵੱਡੀ ਮੰਗ ਨਹੀਂ ਸੀ ਕੀਤੀ, ਅਸੀਂ ਸਿਰਫ ਇੰਨੀ ਮੰਗ ਕੀਤੀ ਕਿ ਇਹਦੇ 'ਚ ਸਿੱਟ ਬਣਾ ਦਿਓ, ਲੋਕਾਂ ਦੀ ਇੱਕ ਐਗਜ਼ਾਮਪਲ ਫਿੱਟ ਕਰ ਦਿਓ। ਐਦਾਂ ਜੇ ਤੁਸੀਂ ਸੈਲੀਬ੍ਰਿਟੀਜ਼ ਲਈ ਕਰੋਗੇ ਤਾਂ ਦੇਖੋ ਐਦਾਂ ਲਾ ਐਂਡ ਆਰਡਰ ਨੂੰ ਤੁਸੀਂ ਜੇ ਕੱਲ੍ਹ ਨੂੰ ਐਦਾਂ ਕਰਦੇ ਹੋ ਤਾਂ ਇਸ ਚੀਜ਼ 'ਚ ਤੁਹਾਨੂੰ ਨੁਕਸਾਨ। ਅੱਛਾ ਘੁੰਮਣ ਸਾਹਿਬ, ਇੱਥੇ ਅਸੀਂ ਇੱਕ ਹੋਰ ਸਵਾਲ ਵੀ ਹੈ ਕਿ ਜੇ ਇਹ ਕਹਿ ਰਹੇ ਨੇ ਕਿ ਇਹ ਇੱਕ ਉੱਥੇ ਕਾਰਪੇਟ ਵਿਛਿਆ ਹੋਇਆ ਹੈ ਅਤੇ ਉੱਥੇ ਇਸ ਤਰ੍ਹਾਂ ਦਾ ਮਾਹੌਲ ਹੈ ਕਿ ਕੋਈ ਜਿਹੜਾ ਇੱਕ ਫੰਕਸ਼ਨ ਆਰਗੇਨਾਈਜ਼ ਕੀਤਾ ਗਿਆ, ਸ਼ਾਇਦ ਕੋਈ ਸ਼ੂਟਿੰਗ ਦਾ ਹਿੱਸਾ ਵੀ ਹੋ ਸਕਦਾ, ਕੀ ਪੰਜਾਬ ਪੁਲਿਸ ਯੂਨੀਫਾਰਮ ਪਾ ਕੇ ਪੰਜਾਬ ਪੁਲਿਸ ਉਸ ਸ਼ੂਟਿੰਗ ਦੇ ਵਿੱਚ ਹਿੱਸਾ ਲੈ ਰਹੀ ਹੈ ਜਾਂ ਉਹ ਕਲਾਕਾਰ ਹੁੰਦੇ ਨੇ ਜਦੋਂ ਕਿਤੇ ਇਸ ਤਰ੍ਹਾਂ ਹੁੰਦਾ ਹੈ? ਦੇਖੋ ਮੈਂ ਰਣਬੀਰ ਜੀ, ਮੈਂ ਇੱਕ ਚੀਜ਼ ਕਲੀਅਰ ਕਰਾਂਗਾ ਕਿ ਹੁਣ ਤੱਕ ਦੀ ਜੋ ਇਨਵੈਸਟੀਗੇਸ਼ਨ ਐਕਟ ਐਂਡ ਕੰਡਕਟ ਪੰਜਾਬ ਪੁਲਿਸ ਨੇ ਕਰਕੇ ਦਿਖਾਇਆ ਹੈ, ਇਹ ਟੋਟਲੀ ਬਾਇਸ ਤੇ ਡਿਫੈਕਟਿਵ ਇਨਵੈਸਟੀਗੇਸ਼ਨ ਹੈ। ਦੇਖੋ ਬਾਇਸਡ ਮੈਂ ਕਹਾਂਗਾ ਕਿ ਸਿੱਧੂ ਮੂਸੇਵਾਲਾ ਮੈਟਰ ਦੇ ਵਿੱਚ ਇਨਵੋਲਵ ਸੀ, ਡਾਇਰੈਕਟਲੀ ਪੰਜਾਬ ਪੁਲਿਸ ਇਨਵੋਲਵ ਸੀ, ਇਸ ਕਰਕੇ ਇਹ ਜਿਹੜਾ ਇਹਨਾਂ ਨੇ ਤੁਸੀਂ ਕਹ ਲਓ ਕਿ ਇੱਕ ਬਾਇਸ ਕੀਤਾ ਜੀ, ਤੇ ਡਿਫੈਕਟਿਵ ਇਨਵੈਸਟੀਗੇਸ਼ਨ ਕੀਤੀ ਹੈ। ਜਿਵੇਂ ਪਹਿਲਾਂ ਬ੍ਰਦਰ ਨੇ ਤੁਹਾਨੂੰ ਦੱਸਿਆ ਜੀ ਵੀ 188 ਤੇ 51 ਸਿੰਪਲ ਸੈਕਸ਼ਨਸ ਲਾਈਆਂ। ਸੋ ਡੇ 1 ਤੋਂ ਇੱਕ ਚੀਜ਼ ਸਾਨੂੰ ਕਲੀਅਰ ਲੱਗ ਰਹੀ ਸੀ ਵੀ ਇਹ ਸਾਰੇ ਮੈਟਰ ਨੂੰ ਕਿਸੇ ਨਾ ਕਿਸੇ ਤਰੀਕੇ ਅੰਡਰ ਦੀ ਕਾਰਪੇਟ ਜਾਂ ਉਸ ਮੈਟਰ ਨੂੰ ਕਵਰ ਕਰਨਾ ਚਾਹੁੰਦੇ ਨੇ। ਸੋ ਇੱਥੇ ਆ ਕੇ ਦੇਖੋ ਇੱਕ ਇੰਨੇ ਸ਼ੋਰਟ ਪੀਰੀਅਡ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਹੁਣ ਤੱਕ ਸਿਰਫ 2 ਮਹੀਨਿਆਂ ਦੇ ਵਿੱਚ ਜਿਹੜਾ ਉੱਥੇ ਕਾਰਪੇਟ ਵਿਛਾਇਆ ਗਿਆ ਜਾਂ ਉੱਥੇ ਇੱਕ ਟਾਰਗੇਟ ਫਿਕਸ ਕੀਤਾ ਗਿਆ, ਉਹ ਕਾਰਪੇਟ ਕਿਸ ਪਰਪਸ ਲਈ ਵਿਛਾਇਆ ਗਿਆ। ਦੇਖੋ ਮੈਂ ਇੱਕ ਚੀਜ਼ ਮੈਂ ਪੁੱਟ ਅਪ ਕਰਨੀ ਚਾਹੁੰਦਾ ਕਿ ਡਿਊਰਿੰਗ ਕਰੋਨਾ ਡੇਜ਼ ਜਦੋਂ ਅਸੀਂ ਸਾਰੇ ਲੋਕ ਅਸੀਂ ਘਰਾਂ ਦੇ ਵਿੱਚ ਹਾਂ, ਅਸੀਂ ਸਾਰੇ ਥਰੂ ਆਊਟ ਦੀ ਵਰਲਡ ਵਾਈਡ ਤੁਸੀਂ ਕਹ ਲਓ ਵੀ ਲੋਕ ਮਰ ਰਹੇ ਨੇ, ਤਾਂ ਉਹਨਾਂ ਦਿਨਾਂ ਦੇ ਦੌਰਾਨ ਬੜੀ ਦੁੱਖ ਦੀ ਗੱਲ ਇੱਕ ਸਾਹਮਣੇ ਆਈ ਹੈ ਕਿ ਪੰਜਾਬ ਪੁਲਿਸ ਇੱਕ ਜਿਹੜਾ ਇੱਕ ਤੁਸੀਂ ਮੈਂ ਸਿੰਗਰ ਕਹਾਂਗਾ ਇਹਨੂੰ
ਸਿੱਧੂ ਮੂਸੇਵਾਲੇ ਨੂੰ ਵੀ ਉਹਨੂੰ ਤੇ ਉਹਦੇ ਨਾਲ ਦੇ 4-5 ਸਾਥੀਆਂ ਨੂੰ ਉੱਥੇ ਜਾ ਕੇ ਇੱਕ ਜੇ ਤਾਂ ਅਸੀਂ ਕਹਿ ਦਈਏ ਵੀ ਉਹਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਸੀ ਤਾਂ ਉਹ ਭਾਵੇਂ ਵੈਪਨਸ ਦੇ ਰਾਹੀਂ ਦਿੱਤੀ ਜਾ ਰਹੀ ਸੀ ਤਾਂ ਉਸ ਤੋਂ ਵੀ ਸ਼ਰਮ ਵਾਲੀ ਗੱਲ ਹੈ ਵੀ ਜੇਕਰ ਉਹਨੂੰ ਐਸ ਪਰ ਇਹਨਾਂ ਦੇ ਵਰਜਨ ਦੇ ਮੁਤਾਬਕ ਜੇਕਰ ਉਹਨੂੰ ਉੱਥੇ ਇੱਕ ਖਿਡੌਣੇ ਦੀ ਟੋਏ ਪਿਸਟਲ ਜੋ ਇਹਨਾਂ ਦਾ ਰਿਕਾਰਡ ਕਹਿ ਰਿਹਾ ਵੀ ਉਹਦੀ ਇੱਕ ਟ੍ਰੇਨਿੰਗ ਦਿੱਤੀ ਜਾ ਰਹੀ ਸੀ। ਅੱਛਾ, ਇਹਦੇ ਵਿੱਚ ਸਸਪੈਂਸ਼ਨ ਵੀ ਹੋਈ ਪਹਿਲਾਂ, ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਸਸਪੈਂਡ ਵੀ ਕੀਤੇ ਗਏ। ਜੇ ਟੋਏ ਪਿਸਟਲ ਦੇ ਨਾਲ ਟ੍ਰੇਨਿੰਗ ਹੋਣੀ ਹੈ ਫਿਰ ਤਾਂ ਮੈਨੂੰ ਲੱਗਦਾ ਕਿ ਸਸਪੈਂਡ ਵੀ ਗਲਤ ਕੀਤੇ ਗਏ, ਨਹੀਂ ਹੋਣੇ ਚਾਹੀਦੇ ਸੀ ਸਸਪੈਂਡ। ਦੇਖੋ ਡੀਐਸਪੀ ਜਿਹੜੇ ਉੱਥੇ ਕੁਝ ਦਲਜੀਤ ਸਿੰਘ ਵਿਰਕ ਨੇ, ਇਹਨਾਂ ਨੇ ਫਰੋਮ ਦੀ ਵੈਰੀ ਫਸਟ ਡੇ ਡੀਜੀਪੀ ਸਾਹਿਬ ਨੂੰ ਜੇ ਟੋਏ ਪਿਸਟਲ ਹੀ ਸੀ ਤੇ ਇੰਨਾ ਸੀਰੀਅਸਲੀ ਟੇਕ ਅਪ ਕਰਨ ਦੀ ਫਿਰ ਜ਼ਰੂਰਤ ਕੀ ਸੀ। ਦੇਖੋ ਇੱਕ ਬੜੀ ਵੱਡੀ ਗੱਲ ਹੈ, ਉਹਨਾਂ ਨੇ ਸਹੀ ਟਾਈਮਲੀ ਇਹਨੂੰ ਐਕਸ਼ਨ ਲਿਆ, ਉਹਨਾਂ ਨੇ ਕਿਹਾ ਕਿ ਰਜਿਸਟਰ ਕਰੋ FIR। ਹੁਣ ਸਰ ਇੱਥੇ ਆ ਕੇ ਮੈਂ 2-3 ਚੀਜ਼ਾਂ ਕਹੂੰਗਾ ਕਿ ਚਲੋ ਅਸੀਂ ਐਫਰਟਸ ਕੀਤੀਆਂ, ਸਾਰਾ ਕੁਝ ਕੀਤਾ, ਉਹ ਹੋ ਗਿਆ। ਮੀਡੀਆ ਦਾ ਬੜਾ ਵੱਡਾ ਰੋਲ ਸੀ ਪਿੱਛੇ। ਜੇ ਮੇਰੇ ਕੋਲ ਇੱਕ ਵੀਡੀਓ, ਮੈਂ ਤੁਹਾਨੂੰ ਇੱਥੇ ਇੱਕ ਸਬਸੀਕੁਐਂਟ ਡਿਵੈਲਪਮੈਂਟ ਦੱਸਦਾ ਕਿ ਸਾਡੇ ਕੋਲ ਇੱਕ ਵੀਡੀਓ ਕਲਿੱਪ ਆਇਆ ਜਿਹਦੇ 'ਚ ਇਹ ਇੰਸਟਾਗ੍ਰਾਮ ਤੇ ਓਪਨਲੀ ਮੀਡੀਆ ਨੂੰ ਤੇ ਲਾਇਰਸ ਜੀ ਕਾਲੇ ਕੋਟ ਪਾ ਕੇ ਬੈਠ ਜਾਂਦੇ ਨੇ। ਸਰ ਮੈਂ ਇੱਥੇ ਇੱਕ ਚੀਜ਼ ਦੱਸਣੀ ਚਾਹੁੰਦਾ ਤੁਹਾਨੂੰ, ਸਾਰੇ ਤੁਹਾਡੇ ਸਰੋਤੇ ਕਹਿ ਲਓ, ਸਾਡੀ ਪਬਲਿਕ ਕਹਿ ਲਓ, ਵੀਰ ਭਰਾ ਕਹਿ ਲਓ, ਮੀਡੀਆ ਤੇ ਲਾਇਰਸ ਇਹ ਦੋ ਥੰਮ ਇਹੋ ਜਿਹੇ ਨੇ ਦੇਸ਼ ਦੇ, ਜੇ ਡੈਮੋਕ੍ਰੇਸੀ ਦੇ ਸਟਰੋਂਗ ਪਿਲਰਸ ਮੈਂ ਕਹਿ ਸਕਦਾ। ਜੇ ਸਰ ਇਹਨਾਂ ਨੂੰ ਆਪਾਂ ਮਾਰਤਾ ਨਾ ਤਾਂ ਇੱਕ ਚੀਜ਼ ਦੇਖ ਲਿਓ, ਨਾਰਥ ਕੋਰੀਆ, ਸਾਊਥ ਕੋਰੀਆ ਤੇ ਜੋ ਚਾਈਨਾ 'ਚ ਹੁੰਦਾ ਹੈ ਉਹੀ ਸਿਸਟਮ ਸਾਰੀ ਇੰਡੀਆ 'ਚ ਹੋਏਗਾ। ਮੈਂ ਇਸ ਮਾਧਿਅਮ ਰਾਹੀਂ ਇਹ ਚੀਜ਼ ਕਹਿਣੀ ਚਾਹੂੰਗਾ ਕਿ ਜੇਕਰ ਸਾਡੇ ਦੇਸ਼ ਦੇ ਵਿੱਚ ਜੇਕਰ ਡੈਮੋਕ੍ਰੇਸੀ ਨੂੰ ਜਿੰਦਾ ਰੱਖਣਾ ਹੈ ਤਾਂ ਤੁਸੀਂ ਕਮ ਸੇ ਕਮ ਮੀਡੀਆ ਜਿਹੜਾ ਨੰਬਰ 2 ਉਹਨੂੰ ਜਿੰਦਾ ਰੱਖੋ। ਨੰਬਰ 2 ਅਸੀਂ ਦੇਖੋ ਲਾਅ ਕਰਕੇ ਆਏ ਹਾਂ ਯੂਨੀਵਰਸਿਟੀਆਂ 'ਚ, ਮੈਂ ਕਿਸੇ ਕਿਤਾਬ 'ਚ ਨਹੀਂ ਪੜ੍ਹ ਕੇ ਆਇਆ ਸੀ। ਜੋ ਅਸੀਂ ਕਾਨੂੰਨ ਪੜ੍ਹ ਕੇ ਆਏ ਸੀ ਉਹ ਇਹੀ ਸੀ ਕਿ ਕਾਨੂੰਨ ਸਾਰਿਆਂ ਲਈ ਇੱਕ ਬਰਾਬਰ ਹੈ, ਜੋ ਕਿਤਾਬ ਅਸੀਂ ਪੜ੍ਹ ਕੇ ਆਏ ਹਾਂ। ਸੋ ਉਸ ਕਿਤਾਬ 'ਚ ਇਹ ਕਿਤੇ ਨਹੀਂ ਸੀ ਜੇ ਤੇਰੇ ਕੋਲ ਕੱਲ ਨੂੰ ਸੈਲੀਬ੍ਰਿਟੀ ਦਾ ਕੇਸ ਆਇਆ ਤੇ ਉਹਨੂੰ ਹੂ ਇਜ਼ ਐਕਸਪੈਕਟਿੰਗ। ਸਰ ਇੱਥੇ ਆ ਕੇ ਮੇਰਾ ਇੱਕ ਸਵਾਲ ਹੈ ਜੀ, ਵਟ ਹੀ ਐਕਸਪੈਕਟ ਫਰੋਮ ਅਸ। ਮੈਂ ਕੀ ਇਹਨੂੰ ਜਸਟੀਫਾਈ ਕਰਾਂ ਕਿ ਤੂੰ ਉੱਥੇ AK-47 ਲੈ ਕੇ ਕਰੋਨਾ ਦੇ ਦਿਨਾਂ 'ਚ ਤੂੰ ਗੋਲੀ ਚਲਾ ਰਿਹਾ ਹੈ, ਜਾਂ ਤੂੰ ਉੱਥੇ ਜਾ ਕੇ ਜਿਹੜੀ ਤੂੰ ਪਿਸਟਲ ਚਲਾਈ ਹੈ ਲੱਡਾ ਖੋਟੀ 'ਚ, ਤੂੰ ਸਾਡੇ ਤੋਂ ਕੀ ਆਸ ਕਰਦਾ ਹੈ ਕਿ ਤੈਨੂੰ ਅਸੀਂ ਜਸਟੀਫਾਈ ਕਰੀਏ ਤੂੰ ਸਹੀ ਕੀਤਾ? ਤੂੰ ਮੀਡੀਆ ਤੋਂ ਕੀ ਆਸ ਕਰਦਾ ਹੈ? ਤੇਰੀ ਮੈਂ ਇੰਸਟਾਗ੍ਰਾਮ ਤੇ ਮੈਂ ਤੇਰੀਆਂ ਗੱਲਾਂ ਸੁਣੀਆਂ ਕਿ ਜੀ ਇਹ ਕਾਲੇ ਕੋਟ ਪਾ ਕੇ ਇਹ ਵਿਹਲੇ ਨੇ। ਇਹ ਸਾਰਾ ਇਹ ਤੁਹਾਨੂੰ ਇੱਕ ਚੀਜ਼ ਦੱਸ ਦਿੰਦਾ, ਇਹ ਜਿਹੜੀ ਗੱਲਾਂ ਤੁਸੀਂ ਕਰਦੇ ਹੋ ਇਹ ਮੈਂ ਤੁਹਾਨੂੰ ਕਹਿੰਦਾ ਬਿਲਕੁਲ ਸਟਾਪ ਕਰੋ। ਅਸੀਂ ਮੀਡੀਆ ਜਾਂ ਲਾਇਰਸ ਨੇ ਆਪਣੀਆਂ ਡਿਊਟੀਆਂ ਨਿਭਾਉਣੀਆਂ ਨੇ। ਅਸੀਂ ਜੇ ਸਟਰੋਂਗ ਰਵਾਂਗੇ ਤੇ ਤਾਂ ਹੀ ਜਸਟਿਸ ਕੱਲ ਨੂੰ ਕਰਾ ਪਾਵਾਂਗੇ। ਜੇ ਵਕੀਲ ਜੇ ਢਿੱਲੇ ਰਹਿ ਗਏ ਤਾਂ ਜਸਟਿਸ ਨਹੀਂ। ਘੁੰਮਣ ਸਾਹਿਬ, ਜੇ ਸਿੱਧੂ ਮੂਸੇਵਾਲੇ ਦੀ ਜਗ੍ਹਾ ਕੋਈ ਹੋਰ ਆਮ ਵਿਅਕਤੀ ਹੁੰਦਾ ਤਾਂ ਪੁਲਿਸ ਦਾ ਬਿਹੇਵੀਅਰ ਤੇ ਪੁਲਿਸ ਦਾ ਕੰਮ ਕਰਨ ਦਾ ਤਰੀਕਾ ਕੀ ਹੁੰਦਾ? ਦੇਖੋ ਅਸੀਂ ਜੋ ਜਨਰਲੀ ਦੇਖ ਰਹੇ ਹਾਂ, ਜੇ ਸਾਡੇ ਕੋਲ 100 ਕੇਸ ਸਰ ਸਾਲ 'ਚ ਆਉਂਦਾ ਨਾ, ਕਿਉਂਕਿ ਕ੍ਰਿਮੀਨਲ ਸਾਈਡ ਦੀ ਪ੍ਰੈਕਟਿਸ ਹੈ, ਤਾਂ 70-80 ਕੇਸਾਂ ਦੇ ਵਿੱਚ ਆਰਮਜ਼ ਐਕਟ ਲੱਗਿਆ ਹੁੰਦਾ ਹੈ, ਲੱਗ ਕੇ ਆਉਂਦਾ ਹੈ। ਸਰ ਐਦਾਂ ਤਾਂ ਹਰ ਬੰਦਾ ਇਹ ਕਹੂਗਾ ਜੀ ਮੈਂ ਟੋਏ ਪਿਸਟਲ ਚਲਾ ਰਿਹਾ ਸੀ, ਐਦਾਂ ਇਨਸਾਫ ਵਾਲੀ ਗੱਲ ਨਹੀਂ ਰਹਿਣੀ। ਸੋ ਅਸੀਂ ਇਸ ਕੇਸ ਦੇ ਵਿੱਚ ਰਣਬੀਰ ਜੀ ਇੱਕ ਵੱਡੀ ਚੀਜ਼ ਮੈਂ ਤੁਹਾਨੂੰ ਦੱਸਦਾ, ਹਜੇ ਤੱਕ ਇਹਦੀ ਬਰਨਾਲੇ ਜਿਹੜੀ ਬਡਲਾਡੇ ਹੋਈ ਹੈ ਉਹ ਹੋਈ ਹੈ ਬਰਨਾਲੇ ਬੜਬਰ ਸੌਰੀ ਪਿੰਡ ਬੜਬਰ ਦੇ ਵਿੱਚ ਹੋਈ ਹੈ। ਉਹਦੇ ਵਿੱਚ ਹਜੇ ਤੱਕ ਇਹ ਬੇਲ ਜਿਹੜੀ AK-47 ਵਾਲਾ ਜਿਹੜਾ ਖੇਤਾਂ 'ਚ ਚਲਾ ਰਿਹਾ ਸੀ ਉਹਦੇ 'ਚ ਹਜੇ ਤੱਕ ਇਹਨੇ ਬੇਲ ਅਪਲਾਈ ਨਹੀਂ ਕੀਤੀ। ਸੋ ਅਸੀਂ ਇਸ ਚੀਜ਼ ਬਾਰੇ ਬੜਾ ਕਲੀਅਰ ਹੈ। ਅੱਜ ਬ੍ਰਦਰ ਰਾਂ ਨੇ, ਕਮਲਦੀਪ ਸਿੰਘ ਬਾਜਵਾ ਨੇ ਮੰਡੀ ਗੋਬਿੰਦਗੜ੍ਹ ਤੋਂ, ਰਾਜੀਵ ਵਰਮਾ ਜੀ ਨੇ, ਯੁਵਰਾਜ ਸਿੰਘ, ਸਾਡੇ ਕੋਲ ਇੱਕ ਗਰੁੱਪ ਆਫ ਉੱਥੋਂ ਆਇਆ ਲੋਕਾਂ ਦਾ, ਉਹਨਾਂ ਨੇ ਆ ਕੇ ਅੱਜ ਸਾਡੇ ਕੋਲ ਰਿਕੁਐਸਟ ਕੀਤੀ ਹੈ। ਉਹਦੇ ਤੇ ਤੁਹਾਨੂੰ ਬ੍ਰਦਰ ਦੱਸਣਗੇ ਅੱਜ ਅਸੀਂ ਇੱਕ ਬੜਾ ਵੱਡਾ ਸਟੈਪ ਲੈ ਕੇ ਆਏ ਹਾਂ ਇਸ ਕੇਸ ਦੇ ਵਿੱਚ ਕਿ ਅਸੀਂ ਇਹ ਲੜਾਈ ਇੱਥੇ ਨਹੀਂ ਮੈਂ ਛੱਡਣੀ, ਹੁਣ ਇਹ ਲੜਾਈ ਅਸੀਂ ਦਿੱਲੀ ਤੱਕ ਲੜਨੀ। ਮੈਂ ਰਣਬੀਰ ਜੀ ਮੈਂ 2 ਮਿੰਟ ਦਾ ਮੈਂ ਤੁਹਾਡੇ ਕੋਲ ਇਸ ਚੀਜ਼ ਦਾ ਮੈਂ ਟਾਈਮ ਜ਼ਰੂਰ ਲਵਾਂਗਾ ਕਿ ਜਦੋਂ ਅਸੀਂ ਸਟੇਟ ਆਫ ਪੰਜਾਬ 'ਚ ਰਹਿ ਰਹੇ ਹਾਂ, ਅਸੀਂ ਕਿਸੇ ਵੀ ਸਟੇਟ 'ਚ ਅਸੀਂ ਇੰਡੀਆ ਦੇ ਵਿੱਚ ਰਹਿ ਰਹੇ ਹਾਂ, ਤਾਂ ਜਦੋਂ ਕੋਈ ਵੀ ਪੁਲਿਸ, ਜਿਵੇਂ ਸਿੱਧੂ ਮੂਸੇਵਾਲੇ ਦਾ ਮੈਟਰ ਹੋਇਆ ਨਾ, ਫਾਇਰਿੰਗ ਮੈਟਰ ਹੋਇਆ, ਜਾਂ ਜਿਹਦੇ 'ਚ ਪੁਲਿਸ ਖੁਦ ਇਨਵੋਲਵ ਹੋਵੇ, ਤਾਂ ਉਹਦੇ 'ਚ ਜਦੋਂ ਬਾਇਸ ਤੇ ਡਿਫੈਕਟਿਵ ਇਨਵੈਸਟੀਗੇਸ਼ਨ ਕਰੇਗੀ ਨਾ, ਤਾਂ ਫਿਰ ਸਾਡੇ ਕੋਲ ਡਾਇਰੈਕਟ ਸਾਨੂੰ ਕਨਸਟੀਟਿਊਸ਼ਨ ਆਫ ਇੰਡੀਆ ਕਹਿੰਦਾ ਹੈ ਕਿ ਤੁਸੀਂ ਉਸ ਬਾਇਸ ਤੇ ਜਿਹੜੀ ਉਹਨਾਂ ਨੇ ਡਿਫੈਕਟਿਵ ਇਨਵੈਸਟੀਗੇਸ਼ਨ ਕੀਤੀ ਹੈ ਉਹਨੂੰ ਤੁਸੀਂ ਕਹੋ ਟ੍ਰਾਂਸਫਰ ਕਰਵਾਓ ਟੂ ਦੀ ਪ੍ਰੀਮੀਅਰ ਏਜੰਸੀ ਆਫ ਆਵਰ ਕੰਟਰੀ, ਉਹ ਹੈਗੀ ਹੈ ਜੀ CBI। ਸੋ ਅੱਜ ਅਸੀਂ, ਕਿਉਂਕਿ ਇਹਨਾਂ ਨੇ ਦੇਖੋ, ਮੈਂ ਇਹਦੇ 'ਚ 1 ਮਿੰਟ ਦਾ ਤੁਹਾਡੇ ਕੋਲ ਟਾਈਮ ਲਵਾਂਗਾ ਕਿਉਂਕਿ ਇਹਦੇ 'ਚ ਇਹਨਾਂ ਨੇ ਸਾਨੂੰ ਜੋ ਇਹਨਾਂ ਦਾ ਲੱਗ ਰਿਹਾ ਸੀ, ਕਿਉਂਕਿ ਦੇਖੋ ਜਿਸ ਦਿਨ ਇਹਨਾਂ ਨੂੰ ਇਸ ਸਿੱਧੂ ਮੂਸੇਵਾਲੇ ਦੀ ਅਰੈਸਟ ਪਾਈ ਗਈ 90, ਉਸ ਦਿਨ ਇਹ ਮੁਲਜ਼ਮ ਸੀ, ਨੌਨ ਬੇਲੇਬਲ ਵਾਰੰਟਸ ਇਹਦੇ ਅਗੇਂਸਟ ਸੀਗੇ, ਨੌਨ ਬੇਲੇਬਲ ਸੈਕਸ਼ਨਸ ਦੇ ਵਿੱਚ ਇਹਦੀ ਅਰੈਸਟ ਪਾ ਕੇ ਇਹਨੂੰ ਰਿਲੀਜ਼ ਕਰਨਾ ਇਹ ਇੱਕ ਬੜਾ ਵੱਡਾ ਸਵਾਲ ਸੀ। ਔਰ ਉਸ ਤੋਂ ਇਲਾਵਾ
4 ਮਈ ਕੀ ਪੁਲਿਸ ਇਸ ਤਰ੍ਹਾਂ ਕਰ ਸਕਦੀ ਹੈ ਜਾਂ ਅਦਾਲਤ ਦੇ ਵੱਲੋਂ ਹੀ ਮੈਜਿਸਟ੍ਰੇਟ ਦੇ ਵੱਲੋਂ ਹੀ ਇਹ ਆਰਡਰ ਹੁੰਦੇ ਨੇ ਕਿ ਜੇ ਇਸ ਤਰ੍ਹਾਂ ਆਰਮਸ ਐਕਟ ਲੱਗਿਆ ਹੈ, ਨਾਨ ਬੇਲੇਬਲ ਅਫੈਂਸ ਹੈ, ਤਾਂ ਉਹਨੂੰ ਇਸ ਤਰ੍ਹਾਂ ਬੇਲ ਦਿੱਤੀ ਜਾ ਸਕਦੀ ਹੈ? ਮੈਂ ਦੱਸਦਾ ਜੀ ਤੁਹਾਨੂੰ ਉਹਦੇ ਚ ਕੀ ਸੀਗਾ ਕਿ ਜਦੋਂ ਨਾਭਾ ਪੁਲਿਸ ਦੀ ਇਹ ਪਕੜ ਦੇ ਵਿੱਚ ਆ ਗਿਆ ਸੀਗਾ ਤਾਂ ਉੱਥੇ ਉਹਨਾਂ ਦਾ ਇਹ ਫਰਜ਼ ਬਣਦਾ ਸੀ ਕਿ ਉਹ ਆਪਣੀ ਇਹਨੂੰ ਕਸਟਡੀ ਦੇ ਵਿੱਚ ਰੱਖ ਕੇ ਇਹਨੂੰ ਪੁਲਿਸ ਸਟੇਸ਼ਨ ਲੈ ਕੇ ਜਾਂਦੇ। ਉਸ ਤੋਂ ਬਾਅਦ ਜਦੋਂ ਉੱਥੋਂ ਬਰਨਾਲਾ ਜਾਂ ਸੰਗਰੂਰ ਪੁਲਿਸ ਨੂੰ ਉੱਥੋਂ ਆਉਂਦੀ ਤਾਂ ਇਹਦੀ ਕਸਟਡੀ ਉਹਨਾਂ ਨੂੰ ਹੈਂਡਓਵਰ ਕੀਤੀ ਜਾਂਦੀ, ਕਿਉਂਕਿ ਨਾਨ ਬੇਲੇਬਲ ਵਾਰੰਟਸ ਨਿਕਲੇ ਨੇ, ਨਾਨ ਬੇਲੇਬਲ ਸੈਕਸ਼ਨਸ ਨੇ, ਤੁਸੀਂ ਕਹ ਲਓ ਕਿ ਮੋਸਟ ਵਾਂਟਡ ਬੰਦੇ ਨੂੰ ਉਦੋਂ ਉੱਥੋਂ ਰਿਲੀਜ਼ ਕੀਤਾ ਜਾਂਦਾ ਜੀ। ਇਹ ਤੋਂ ਵੀ ਵੱਡਾ ਪੁਆਇੰਟ ਮੈਂ ਜੋ ਸੋਚਦਾ ਉਹ ਇਹ ਹੈਗਾ ਕਿ ਲਗਭਗ 2 ਮਹੀਨਿਆਂ ਤੋਂ ਉਹ ਸਿੱਧੂ ਮੂਸੇਵਾਲਾ ਹਰ ਰੋਜ਼ ਮੈਂ ਦੇਖਦਾ ਕਿ ਟਿਕਟੋਕ ਦੇ ਉੱਪਰ ਵੀਡੀਓਜ਼ ਪੈ ਰਹੀਆਂ ਨੇ ਜੀ। ਹੁਣ ਮੈਂ ਇੱਥੇ ਆ ਕਿ 2 ਮਹੀਨਿਆਂ ਤੋਂ ਉਹਦੀ ਅਰੈਸਟ ਪੈਣੀ ਚਾਹੀਦੀ ਸੀ ਕਿ ਨਹੀਂ ਸੀ ਪੈਣੀ ਚਾਹੀਦੀ। ਪੁਆਇੰਟ ਨੰਬਰ 3, ਜਿਹੜੀ ਪੁਲਿਸ ਦੇ ਮੈਂ ਕਹਾਂਗਾ ਕਿ 2 ਚਿਹਰੇ ਮੇਰੇ ਸਾਹਮਣੇ ਆਏ ਨੇ। ਇੱਕ ਚਿਹਰਾ ਹੋਏ ਕਿ ਪੁਲਿਸ ਆਪਣੇ ਪੁਲਿਸ ਮੁਲਾਜ਼ਮਾਂ ਨੂੰ ਪਹਿਲਾਂ ਨਾਮਜ਼ਦ ਕਰਦੀ ਹੈ, ਆਇਡੈਂਟੀਫਾਈ ਕਰਦੀ ਹੈ, ਫਿਰ ਉਸ ਤੋਂ ਬਾਅਦ ਆਇਡੈਂਟੀਫਾਈ ਕਰਨ ਤੋਂ ਬਾਅਦ ਉਹਨਾਂ ਨੂੰ ਨੋਮੀਨੇਟ ਕਰਦੀ ਹੈ। ਉਹ ਪੁਲਿਸ ਆਫੀਸ਼ੀਅਲਸ ਕੋਰਟ 'ਚ ਜਾਂਦੇ ਨੇ, ਕੋਰਟ 'ਚ ਜਾ ਕੇ ਉਹ ਇਸ ਕਰਕੇ ਬੇਲ ਲੈ ਕੇ ਕੋਰਟ 'ਚੋਂ ਨਿਕਲਦੇ ਨੇ ਕਿ ਜੀ ਗੋਲੀ ਅਸੀਂ ਨਹੀਂ ਚਲਾਈ, ਗੋਲੀ ਸਿੱਧੂ ਮੂਸੇਵਾਲੇ ਤੇ ਉਹਦੇ ਨਾਲ ਦੇ ਸਾਥੀਆਂ ਨੇ ਚਲਾਈ ਹੈ। ਤੇ ਦੂਜੇ ਪਾਸੇ ਪੁਲਿਸ ਦਾ ਦੂਜਾ ਚਿਹਰਾ ਇਹ ਹੈਗਾ ਕਿ ਹੁਣ ਜਦੋਂ ਸਿੱਧੂ ਮੂਸੇਵਾਲੇ ਨੇ ਉੱਥੇ ਬੇਲ ਐਪਲੀਕੇਸ਼ਨ ਪੁੱਟ ਅਪ ਕੀਤੀ ਤਾਂ ਉੱਥੇ ਕਹਿਤਾ ਕਿ ਜੀ ਇਹ ਤਾਂ ਇੱਕ ਟੌਏ ਪਿਸਟਲ ਸੀ। ਸੋ ਮੈਂ ਗੱਲ ਕਰਦਾ ਕਿ ਜਦੋਂ ਇਸ ਲੈਵਲ ਦੀ ਇਨਵੈਸਟੀਗੇਸ਼ਨ ਸਾਡੀ ਸਟੇਟ ਆਫ ਪੰਜਾਬ 'ਚ ਚੱਲ ਰਹੀ ਹੈ ਤਾਂ ਮੈਨੂੰ ਲੱਗਦਾ ਵੀ ਅਸੀਂ ਇਹਨਾਂ ਤੋਂ ਹੋਰ ਫਰਦਰ ਅਸੀਂ ਕੁਝ ਵੀ ਐਕਸਪੈਕਟ ਨਹੀਂ ਕਰਦੇ। ਮਜਬੂਰੀ ਕੀ ਆ ਪੁਲਿਸ ਦੀ ਤੁਹਾਨੂੰ ਇਹਦੇ ਪਿੱਛੇ ਕੀ ਲੱਗਦਾ? ਦੇਖੋ ਮੈਂ ਇੱਥੇ ਆ ਕੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜੋ ਮੇਰੇ ਕੋਲ ਸਾਡੇ ਕੋਲ ਇੱਕ ਸੋਰਸ ਕਹਿ ਲਓ ਜਾਂ ਸਾਡੇ ਕੋਲ ਵੀ ਚਲੋ ਬੜੇ ਲੋਕਾਂ ਦੇ ਸਾਨੂੰ ਜਦੋਂ ਅਸੀਂ ਸਾਰੀ ਚੀਜ਼ ਪੁੱਟ ਅਪ ਕਰਦੇ ਹਾਂ, ਦੇਖੋ ਇਹਦੇ ਪਿੱਛੇ 2 ਰੀਜ਼ਨਸ ਸਾਨੂੰ ਲੱਗਦੇ ਨੇ। ਪਹਿਲਾ ਰੀਜ਼ਨ ਜਿਹੜਾ ਫੋਰਮੋਸਟ ਰੀਜ਼ਨ ਹੈ ਉਹ ਹੈਗਾ ਕਿਉਂਕਿ ਇਹਦੇ ਪਿੱਛੇ ਵੀ ਤੁਸੀਂ ਕਹ ਲਓ ਵੀ ਜਿਵੇਂ ਮਾਨਸਾ, ਬਰਨਾਲਾ, ਸੰਗਰੂਰ ਤੇ ਕਾਫੀ ਪੰਜਾਬ 'ਚ ਦੇਖੋ ਫੈਨ ਫੋਲੋਇੰਗ ਤਾਂ ਉਹਦੀ ਹੈਗੀ ਹੈ, ਇਹ ਤਾਂ ਚੀਜ਼ ਅਸੀਂ ਐਡਮਿਟ ਕਰਦੇ ਹਾਂ। ਸੋ ਮੈਨੂੰ ਲੱਗਦਾ ਵੀ ਇੱਕ ਜੋ ਇਸ ਟਾਈਮ ਮੌਜੂਦਾ ਗੌਰਮੈਂਟ ਹੈ ਉਹਦੇ ਉੱਪਰ ਮੈਨੂੰ ਲੱਗਦਾ ਵੀ ਇੱਕ ਬਹੁਤ ਵੱਡੇ ਲੈਵਲ ਦਾ ਪ੍ਰੈਸ਼ਰ ਲੱਗਦਾ ਵੀ ਜੇ ਅਸੀਂ ਇਹਨੂੰ ਅਰੈਸਟ ਪਾ ਲਿਆ ਜਾਂ ਅਸੀਂ ਇਹਨੂੰ ਕੁਝ ਕਰ ਲਿਆ, ਜਿਵੇਂ ਮੈਨੂੰ ਲੱਗਦਾ ਵੀ ਇਹ ਗੌਰਮੈਂਟ ਲਈ ਇੱਕ ਹਊਆ ਬਣਿਆ ਪਿਆ। ਦਿਸ ਇਜ਼ ਦੀ ਐਡਮਿਟਡ ਫੈਕਟ ਹਨਾ ਵੀ ਜੇ ਅਸੀਂ ਇਹਦੀ ਅਰੈਸਟ ਪਾ ਲਈ ਵੀ ਕੱਲ ਨੂੰ ਜਿਹੜਾ ਸੈਕਟਰ ਹੈ ਜਾਂ ਵੋਟ ਬੈਂਕ ਹੈ ਵੀ ਕਿਤੇ ਸਾਡਾ ਕੱਲ ਨੂੰ ਉਹ ਸਾਡਾ ਸਬਟਰੈਕਟ ਨਾ ਹੋ ਜਾਵੇ। ਮੇਰੇ ਯਾਦ ਹੈ ਡੀਜੀਪੀ ਦਿਨਕਰ ਗੁਪਤਾ ਹੋਰਾਂ ਨੇ ਇੱਕ ਸਟੇਟਮੈਂਟ ਦਿੱਤੀ ਸੀਗੀ, ਸ਼ਾਇਦ ਨਵਾਂ ਸ਼ਹਿਰ ਦੇ ਵਿੱਚ ਸਾਡੇ ਮੀਡੀਆ ਦੇ ਵੱਲੋਂ ਪੁੱਛਿਆ ਗਿਆ ਤਾਂ ਉਹ ਕਹਿੰਦੇ ਕਿ ਜੇ ਇਸ ਤਰ੍ਹਾਂ ਦੇ ਗੀਤ ਗਾਓਗੇ, ਅਸਲੇ ਨੂੰ ਪ੍ਰਮੋਟ ਕਰੋਗੇ ਤਾਂ ਅਸੀਂ ਠੋਕ ਦੇਵਾਂਗੇ। ਇਹ ਸਟੇਟਮੈਂਟ ਸੀਗੀ ਡੀਜੀਪੀ ਦਿਨਕਰ ਗੁਪਤਾ ਦੀ। ਪਰ ਹੋਇਆ ਹੁਣ ਇਸ ਤੇ ਉਲਟਾ, ਕਿਉਂਕਿ ਹੁਣ ਵੀ ਜਿਹੜਾ ਨਵਾਂ ਗੀਤ ਵੀ ਆਇਆ ਏ ਉਹਦੇ ਵਿੱਚ ਵੀ ਪ੍ਰਮੋਸ਼ਨ ਤਾਂ ਉਹੀ ਹਥਿਆਰਾਂ ਦੀ ਹੈ। ਦੇਖੋ ਨਵਾਂ ਗੀਤ ਮੈਂ ਤਾਂ ਸਿੱਧੀ ਤੁਹਾਨੂੰ ਦੱਸਾਂ, ਮੈਂ ਸਿਰਫ ਇਸ ਕਰਕੇ ਸੁਣਿਆ, ਮੈਨੂੰ ਕਿਸੇ ਦੀ ਕੰਪਲੇਂਟ ਆਈ ਕਿ ਸਰ ਇਹਨੇ ਫਿਰ ਹਥਿਆਰਾਂ ਨੂੰ ਯੂਜ਼ ਕੀਤਾ। ਉਹ ਮੈਂ ਗਾਣਾ ਦੇਖਿਆ ਸਰ, ਇਟਸ ਵੈਰੀ ਸ਼ੌਕਿੰਗ ਫੈਕਟ ਫॉर ਮੀ ਕਿ ਉਹਨੇ ਰੱਜ ਕੇ ਉਹਦੇ ਵਿੱਚ ਹਥਿਆਰਾਂ ਨੂੰ ਫਿਰ ਦੁਬਾਰਾ ਦਿਖਾਇਆ ਤੇ ਪ੍ਰਮੋਟ ਕੀਤਾ। ਸੋ ਮੇਰਾ ਇੱਥੇ ਕਹਿਣ ਤੋਂ ਭਾਵ ਸਿਰਫ ਇੰਨਾ ਹੈ ਕਿ ਜੇ ਅਸੀਂ ਹਥਿਆਰਾਂ ਨੂੰ ਫਿਰ ਪ੍ਰਮੋਟ, ਦੇਖੋ ਉਹਦਾ ਹੌਸਲਾ ਦੇਖੋ, ਪਹਿਲਾਂ ਪਰਚੇ ਹੋਏ ਨੇ, ਆਰਮਸ ਐਕਟ ਲੱਗਿਆ, ਸ਼ਰੇਆਮ ਉਹਦਾ ਗਾਣਾ ਬੰਬੀਹਾ ਬੋਲਾ ਜਿਹੜਾ ਮੈਂ ਸਿਰਫ ਇੱਕ ਵਾਰੀ ਦੇਖਿਆ, ਮੈਂ ਉਹਦੇ ਚ ਉਹ ਹਥਿਆਰਾਂ ਨੂੰ ਫਿਰ ਪ੍ਰਮੋਟ ਕਰ ਰਿਹਾ ਔਰ ਮੇਬੀ ਡੈਡ ਬੋਡੀ ਵੀ ਸ਼ਾਇਦ ਇੱਕ ਲਾਈਨ ਕਿ ਪੁਲਿਸ ਜੀ ਟੋਲੇ, ਮਤਲਬ ਪੁਲਿਸ ਜੀ ਟੋਲੇ, ਉਹਨੇ ਪੁਲਿਸ ਨੂੰ ਦੇਖੋ ਪੁਲਿਸ ਨੂੰ ਵੀ ਉਹਨੇ ਤੁਸੀਂ ਇਨ ਅਦਰ ਵੇ ਕਹਿ ਲਓ। ਦੇਖੋ ਉਹਨਾਂ ਲੋਕਾਂ ਦੀ ਮੈਂ ਪਹਿਲਾਂ ਹੀ ਸਟਾਰਟਿੰਗ ਚੋਂ ਕਹਿ ਕੇ ਬੈਠਾ ਸੀ ਕਿ ਜੇਕਰ ਅਸੀਂ ਪੁਲਿਸ ਦੀ ਪੋਜੀਸ਼ਨ ਨੂੰ ਡਾਊਨ ਕਰਤਾ ਨਾ, ਭਾਵੇਂ ਉਹ ਸੈਲੀਬ੍ਰਿਟੀ ਕੋਈ ਹੈ, ਤਾਂ ਲਾਅ ਐਂਡ ਆਰਡਰ ਚ ਤੁਹਾਨੂੰ ਦਿੱਕਤ ਆ। ਪੁਲਿਸ ਜੀ ਟੋਲੇ ਦਾ ਕੀ ਮਤਲਬ ਹੈ? ਪੁਲਿਸ ਜੀ ਟੋਲੇ ਉਹਨੇ ਤਾਂ ਪੁਲਿਸ ਨੂੰ ਟੈਕਸ ਸਮਝਿਆ, ਪੰਜਾਬੀ ਚ ਆਪਾਂ ਕਹਿ ਲਈਏ, ਪੰਜਾਬੀ ਚ ਮੋਕਰੀ ਬਣਾਤੀ ਸਿਸਟਮ ਦੀ। ਮੈਂ ਪੁਲਿਸ ਕੀ ਚੀਜ਼ ਆ, ਮਤਲਬ ਇਹ ਗੱਲ ਹੈ ਵੀ ਪੁਲਿਸ ਨਾਲੋਂ ਕਾਨੂੰਨ ਨਾਲੋਂ ਸਿੱਧੂ ਮੂਸੇਵਾਲਾ ਉੱਤੇ ਹੋ ਗਿਆ। ਮੈਂ ਰਣਬੀਰ ਜੀ ਜੇ ਮੇਰੇ ਕੋਲ ਤੁਸੀਂ ਇਨ ਸ਼ੋਰਟ ਤੁਸੀਂ ਵਰਡਸ 'ਚ ਪੁੱਛਦੇ ਹੋ ਤਾਂ ਲੌਲੈਸਨੈਸ ਕਹਾਂਗਾ, ਮੌਕਰੀ ਜੋ ਦੇਖਿਆ ਜਾਵੇ, ਮੌਕਰੀ ਆਫ ਦੀ ਸਿਸਟਮ। ਦੇਖੋ ਸਰ ਅਸੀਂ ਆਵਾਜ਼ ਉਠਾਈਏ, ਅਸੀਂ ਆਪਣੇ ਆਪ 'ਚ ਡਿਸਅਪੁਆਇੰਟਡ ਹੋਏ ਆ ਜੇ ਐਦਾਂ ਦਾ ਸਿਸਟਮ ਲਾਅ ਐਂਡ ਆਰਡਰ। ਅਸੀਂ ਇੱਕ ਵਕੀਲ ਹੋ ਕੇ ਹਾਈ ਕੋਰਟ ਦੇ ਜੇ ਅਸੀਂ ਲੋਕ ਬਿਲਕੁਲ ਦੇਖੋ ਸਾਡਾ ਵੀ ਇੱਕ ਮਨੋਬਲ ਹੁੰਦਾ ਹੈ, ਕੋਈ ਨਿੱਜੀ ਰੰਜਿਸ਼ ਜਾਂ ਕੋਈ ਨਿੱਜੀ ਸਾਡਾ ਸਰ ਮੈਂ ਤਾਂ ਮਤਭੇਦ ਕੋਈ ਮਨਭੇਦ ਮੈਂ ਇਹਦੇ 'ਚ ਕੋਈ ਉਹਦੇ 'ਚ ਗੱਲ ਨਹੀਂ। ਠੀਕ ਹੈ ਇਹ ਚੰਗਾ ਬੱਚਾ ਹੈ, ਜੇ ਕਿਤੇ ਤਰੱਕੀ ਬੱਚੇ ਨੇ ਕੀਤੀ ਹੈ ਅਸੀਂ ਦੇਖੋ ਸਾਰੇ ਪੰਜਾਬੀ ਇਹਦੇ ਨਾਲ ਖੜੇ ਆ, ਅਸੀਂ ਉਹਦੀ ਸਿਫਤ ਕਰਦੇ ਹਾਂ। ਉਹ ਇੱਕ ਜ਼ਿਮੀਂਦਾਰ ਪਰਿਵਾਰ ਨੂੰ ਮੈਂ 2-4 ਇੰਸਟਾਗ੍ਰਾਮ 'ਚ ਵੀ ਦੇਖਿਆ ਵੀ ਖੇਤੀ ਦੇ ਕੰਮ 'ਚ ਵੀ ਉਹ ਹੱਥ ਵਟਾ ਰਿਹਾ, ਗਰਾਊਂਡਡ ਹੈ। ਮੇਰਾ ਕੋਈ ਨਿੱਜੀ ਨਹੀਂ, ਅਸੀਂ ਉਹਨੂੰ ਸਲੂਟ ਕਰਦੇ ਹਾਂ, ਉਹਦਾ ਕੰਮ ਵਧੀਆ ਜੋ ਕਰ ਰਿਹਾ। ਪਰ ਜਿਹੜਾ ਉਹਦਾ ਐਕਟ ਤੇ ਕੰਡਕਟ ਇਹਦੇ ਬਾਰੇ ਹੈ, ਦੇਖੋ ਇੱਕ ਪਾਸੇ ਤਾਂ ਆਪਾਂ ਏਡਾ ਵੱਡੇ ਕੇਸ ਚਲਾ ਰਹੇ ਹਾਂ, ਦੂਜੇ ਪਾਸੇ ਤੂੰ ਫਿਰ ਇੱਕ ਗਾਣਾ ਜਿਹੜਾ ਬੰਬੀਹਾ ਬੋਲੇ 'ਚ ਹਥਿਆਰਾਂ ਨੂੰ ਪ੍ਰਮੋਟ ਕਰ ਰਿਹਾ, ਤੂੰ ਕੀ ਸਾਬਤ ਕਰਨਾ ਚਾਹੁੰਦਾ ਹੈ? ਮੈਂ ਰਣਬੀਰ ਜੀ ਤੁਹਾਡੇ ਚੈਨਲ ਮਾਧਿਅਮ ਦੇ ਥਰੂ ਇੱਕ ਚੀਜ਼ ਮੈਂ ਪੰਜਾਬ ਪੁਲਿਸ ਨੂੰ ਮੈਂ ਪੁੱਛਣੀ ਚਾਹੁੰਦਾ, ਡੀਜੀਪੀ ਸਾਹਿਬ ਨੂੰ, ਕਿ ਐਲੀ ਮਾਗੜ ਦਾ ਅਸੀਂ ਹੁਣੇ 2 ਸਿੰਗਰਸ ਦਾ ਅਸੀਂ ਕੇਸ ਕੀਤਾ, ਐਲੀ ਮਾਗੜ ਦਾ ਵੀ ਅਸੀਂ ਸਾਰਾ ਪੁੱਟ ਅਪ ਕੀਤਾ ਸੀ। ਉਸ ਕੇਸ 'ਚ ਨਵੰਬਰ 23 ਦੀ ਰਿਪੋਰਟ ਉਹਨਾਂ ਪੁਲਿਸ ਆਫੀਸਰਸ ਦੇ ਅਗੇਂਸਟ ਆ ਗਈ ਜਿਨ੍ਹਾਂ ਨੇ ਉਹਨੂੰ 3rd ਡਿਗਰੀ ਟ੍ਰੀਟਮੈਂਟ ਦਿੱਤਾ ਸੀ।
ਕੀ ਹੁਣ ਤੱਕ ਕੀ ਵਜ੍ਹਾ ਹੈ ਵੀ ਉਸ ਕੇਸ ਦੇ ਵਿੱਚ ਹੁਣ ਤੱਕ ਉਹ ਰਿਪੋਰਟ ਜਿਹੜੀ ਉਹ ਜਨਤਕ ਪਬਲਿਸ਼ ਨਹੀਂ ਕੀਤੀ। ਦੂਜੇ ਪਾਸੇ ਸਿੱਧੂ ਮੂਸੇਵਾਲਾ ਤੇ ਉਹਦੇ ਨਾਲ ਕਿਉਂਕਿ ਹੁਣ ਪੁਲਿਸ ਇਨਵੋਲਵ ਸੀ, ਇਹਦੇ ਚ ਕਿਉਂ ਝਟਪਟ ਹੀ ਤੁਸੀਂ ਉਹਨੂੰ AK-47 ਜਾਂ ਪਿਸਟਲ ਨੂੰ ਆਪਾਂ ਨੂੰ ਇੱਕ ਟੌਏ ਪਿਸਟਲ ਬਣਾਤਾ ਜੀ? ਅੱਛਾ ਤੁਸੀਂ ਕਹਿ ਰਹੇ ਸੀ ਮਜਬੂਰੀ ਹੈ। ਅੱਛਾ ਤੁਸੀਂ ਕਹਿ ਰਹੇ ਸੀਗੇ ਕਿ ਇਹ 2 FIRs ਨੇ, ਇਹ ਅੱਡ ਨੇ, ਬੜਬਰ ਵਾਲੀ ਅੱਡ ਹੈਗੀ ਆ ਤੇ ਸ਼ਾਇਦ ਧਨੌਲਾ ਵਾਲੀ ਜਿਹੜੀ ਆ ਉਹ ਅੱਡ ਹੈਗੀ ਆ, ਤੇ ਇਹ ਜਿਹੜੀ ਬੇਲ ਮਿਲੀ ਹੈ ਇਹ ਇੰਟਰਮ ਬੇਲ ਦੋਨਾਂ ਚ ਮਿਲ ਗਈ ਜਾਂ ਇੱਕ ਚ ਮਿਲੀ ਹੈ? ਇਹ ਸਿਰਫ ਸੈਸ਼ਨ ਜੱਜ ਜਿਹੜੇ ਸੰਗਰੂਰ ਤੋਂ ਨੇ ਸ਼੍ਰੀ ਗੁਰਪ੍ਰਤਾਪ ਸਿੰਘ ਜੀ ਨੇ 170 ਨੰਬਰ FIR ਜਿਹੜੀ ਧੂਰੀ ਰਜਿਸਟਰਡ ਸੀ ਲੱਡਾ ਕੋਠੀ ਵਾਲੀ, ਇਹ ਸਿਰਫ ਅਜੇ ਇੰਟਰਮ ਉਹਦੇ ਚ ਹੋਈ ਹੈ। ਧਨੌਲੇ ਵਾਲਾ ਜਿਹੜਾ ਪਰਚਾ ਬੜਬਰ ਵਾਲਾ ਸੀ ਉਹਦੇ ਵਿੱਚ ਹਜੇ ਤੱਕ ਮੈਂ ਕਿਹਾ 57 ਨੰਬਰ FIR 57 ਨੰਬਰ FIR ਸਰ ਉਹਦੇ ਵਿੱਚ ਹਜੇ ਤੱਕ ਇਹਨੇ ਬੇਲ ਜਿਹੜੀ ਉਹ ਅਪਲਾਈ ਨਹੀਂ ਕੀਤੀ। ਸੋ ਮੇਬੀ ਵੀ ਆਰ ਐਕਸਪੈਕਟਿੰਗ ਕਿ ਉਹਦੇ ਚ ਵੀ ਕੁਛ ਨਾ ਕੁਛ ਇਦਾਂ ਦਾ ਹੀ ਆ ਜਾਏਗਾ, ਉਹਦੇ ਚ ਵੀ ਕੁਝ ਨਾ ਕੁਝ ਦੇਖਦੇ ਹਾਂ। ਅੱਛਾ ਜਿਹੜੀ ਉਹ ਫਾਇਰਿੰਗ ਰੇਂਜ ਸੀਗੀ, ਜੇ ਉੱਥੇ ਵੈਪਨ ਚੱਲਿਆ ਤਾਂ ਉੱਥੇ ਜਿਹੜੇ ਖੋਲ ਨੇ ਜਾਂ ਹੋਰ ਚੀਜ਼ਾਂ ਨੇ ਉਹਨਾਂ ਦੀ ਬਰਾਮਦਗੀ ਹੋਣੀ ਚਾਹੀਦੀ। ਅਸੀਂ ਰਣਬੀਰ ਜੀ ਜਿਹੜੀ ਸਾਡੀ ਮੰਗ ਸੀ ਨਾ ਸਟਾਰਟਿੰਗ 'ਚ ਅਸੀਂ ਰਿਪਰੈਜ਼ੈਂਟੇਸ਼ਨਸ ਵੀ ਦਿੱਤੀਆਂ, ਬੜੀ ਭਜਨਸ ਕੀਤੀ ਸਾਰਿਆਂ ਨੇ ਕਿ ਇਹਦੀ ਕਾਈਂਡਲੀ ਸਿੱਟ ਬਣਾਓ, ਸੀਨੀਅਰ ਆਫੀਸਰ ਬਿਠਾਓ, ਉਹਦੇ ਤੇ ਇੱਕ ਟੀਮ ਬੈਠੇਗੀ, ਉਹ ਬਕਾਇਦਾ ਦੇਖੇ ਵੀ ਖੋਲ ਕਿੱਥੇ ਗਏ, AK-47 FSL ਨੂੰ ਭੇਜੋ, ਗੋਲੀ ਚੱਲੀ ਕਿ ਨਹੀਂ ਚੱਲੀ, ਉਹ ਇੱਕ ਸੈਪਰੇਟ ਇਸ਼ੂ ਹੈ। ਕਿਹੜੀ AK-47 ਸੀ, ਕਿੱਥੋਂ ਆਈ? ਹਾਂ ਹੁਣ ਉਹ ਜਿਹੜੀ ਜੇ ਪਿਸਟਲ ਸੀ ਤੇ ਉਹ ਆਈਦਰ ਸਿੱਧੂ ਦੀ ਆਪਣੀ ਨਿੱਜੀ ਸੀ ਜਾਂ ਕਿਸੇ ਫਰੈਂਡ ਦੀ ਸੀ ਜਾਂ ਉਹ ਕਿਸੇ ਪੁਲਿਸ ਮੁਲਾਜ਼ਮ ਦੀ ਸੀ। ਸਾਰੇ ਇਹ ਚੀਜ਼ਾਂ ਬਹੁਤ ਡੂੰਘਾਈ ਦੇ ਵਿੱਚ, ਔਰ ਕਿੰਨੇ ਹਾਂ ਕੀਤੀ। ਲੱਡਾ ਕੋਠੀ ਤੁਸੀਂ ਗੇਟ ਨਹੀਂ ਐਂਟਰ ਕਰ ਸਕਦੇ, ਲੱਡਾ ਕੋਠੀ ਦੇ ਦੇਖੋ IRB ਦਾ ਹੈੱਡਕੁਆਟਰ ਹੈ, ਉਹਨਾਂ ਦੀ ਰੇਂਜ ਦੇ ਵਿੱਚ ਦਾਖਲਾ ਕੀਤਾ ਹੈ। ਇਹ ਬੜਾ ਹਾਸੋਹੀਣਾ ਇਹਨਾਂ ਦੀ ਪਲੀ ਇਹਨਾਂ ਨੇ ਜਿਹੜੀ ਲਈ ਹੈ ਨਾ ਵੀ ਜੇ ਉੱਥੇ ਅਸੀਂ ਜਾ ਕੇ ਟੌਏ ਪਿਸਟਲ ਦੀ ਅੱਛਾ ਉਹਦੇ ਵਿੱਚ ਜਿਹੜੀ ਵੀਡੀਓ ਸੀਗੀ ਉਹਦੇ ਵਿੱਚ ਜਦੋਂ ਗੋਲੀ ਚੱਲਦੀ ਹੈ, ਜੋ ਵੀਡੀਓ ਕਹਿ ਰਹੀ ਹੈ, ਸਾਨੂੰ ਨਹੀਂ ਪਤਾ ਕੀ ਹੈਗਾ, ਜੋ ਵੀਡੀਓ ਕਹਿ ਰਹੀ ਹੈ ਉਹਦੇ ਵਿੱਚ ਗੋਲੀ ਚੱਲਦੀ ਹੈ, ਇੱਕ ਆਵਾਜ਼ ਆਉਂਦੀ ਹੈ ਕਿ ਵੈਪਨ ਚੱਲਿਆ, ਤੇ ਜਦੋਂ ਵੈਪਨ ਚੱਲਦਾ ਇੱਕ ਝਟਕਾ ਮਹਿਸੂਸ ਹੁੰਦਾ ਜਦੋਂ ਸਾਨੂੰ ਵੀ ਪਤਾ ਕਿ ਕੀ, ਤੇ ਉਹ ਵੀਡੀਓ ਨੂੰ ਹੁਣ ਟੌਏ ਪਿਸਟਲ ਤੇ ਫਿਰ ਉਹ ਗੋਲੀ ਦੀ ਆਵਾਜ਼ ਕਿੱਥੋਂ ਆਈ, ਕੀ ਜੋ ਮੈਂ ਜਾਂਚ ਚ ਕਿਵੇਂ ਸਾਹਮਣੇ ਆਏਗੀ ਗੱਲ? ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ ਕਿ ਅਸੀਂ ਇਸ ਕੇਸ ਦੇ ਵਿੱਚ ਅੱਜ ਅਸੀਂ ਜੇਕਰ CBI ਦੀ ਅਸੀਂ ਜਾਂਚ ਮੰਗੀ ਹੈ ਨਾ, ਤਾਂ ਇਹਦੇ 'ਚ ਜਿਹੜੇ ਸਟਿਲ ਇਨ ਕੁਐਸਚਨਸ ਜਿਹੜੇ ਤੁਹਾਡੇ ਜੈਨ ਦੇ ਵਿੱਚ ਵੀ ਨੇ ਤੇ ਸਾਡੇ ਜੈਨ ਦੇ ਵਿੱਚ ਵੀ ਨੇ, ਅਸੀਂ ਉਹਦੇ 'ਚ ਇਹ ਅਸੀਂ ਡਿਮਾਂਡ ਕੀਤੀ ਹੈ ਕਿ ਇਹ ਜਿਹੜੀ ਇਹ ਟ੍ਰੇਨਿੰਗ ਕਰਵਾਈ ਜਾਂ ਜੋ ਵੀ ਉਹਨੂੰ ਸਾਰਿਆਂ ਫੈਸਿਲਿਟੇਟ ਕਰਵਾਇਆ, ਮੁਹੱਈਆ ਕਰਵਾਇਆ, ਇੱਕ ਤਾਂ ਉਹ ਪੁਲਿਸ ਆਫੀਸਰਸ ਦਾ ਸਾਰਿਆਂ ਦਾ ਨੈਕਸਸ ਪਤਾ ਲੱਗੇ ਵੀ ਇਹ ਕਿੰਨਾ ਨੇ ਕਰਵਾਇਆ। ਇੱਕ ਉਹ ਸਵਾਲ ਵੀ ਜਿਹੜੀ ਉਹ AK-47 ਸੀ, ਕੀ ਉਹ ਫੋਰੈਂਸਿਕ ਲੈਬੋਰਟਰੀ 'ਚ ਜਾਣੀ ਚਾਹੀਦੀ ਸੀ ਕਿ ਨਹੀਂ ਸੀ ਚਾਹੀਦੀ, ਉਹਦੀ ਜਾ ਕੇ ਇਹ ਪਤਾ ਲੱਗਦਾ ਵੀ ਉਹ ਤੋਂ ਕਿੰਨੇ ਫਾਇਰ ਸ਼ਾਟਸ ਹੋਏ ਨੇ, ਉਹਦਾ ਕਿੰਨਾ ਐਮੂਨੇਸ਼ਨ ਯੂਜ਼ ਹੋਇਆ ਜੀ। ਇਹਦੇ ਤੋਂ ਇਲਾਵਾ ਐਮੂਨੇਸ਼ਨ ਆਇਆ ਕਿੱਥੋਂ, ਉਹ ਐਮੂਨੇਸ਼ਨ ਕਿੱਥੋਂ ਆਇਆ, ਕਿਹੜੇ ਪੁਲਿਸ ਮੁਲਾਜ਼ਮ ਦਾ ਸੀਗਾ, ਕਿਹਦੇ ਨਾਮ ਤੇ ਉੱਪਰੋਂ ਚੜਿਆ ਸੀ। ਇਹਦੇ ਤੋਂ ਇਲਾਵਾ ਜਿਹੜੇ DSP ਨੇ ਆਪਣੀ ਸਾਰੀ ਗਨਮੈਨ, ਸਬ ਇੰਸਪੈਕਟਰ, ਰੀਡਰ ਤੱਕ ਉੱਥੇ ਮੁਹੱਈਆ ਕਰਵਾਈ, ਉਹਦੇ ਅਗੇਂਸਟ ਇਕੱਲੀ ਡਿਪਾਰਟਮੈਂਟਲ। ਤੇ ਇਸ ਤੋਂ ਇਲਾਵਾ ਜੇ ਦੇਖਿਆ ਜਾਵੇ ਤਾਂ ਜਿਹੜੇ ਐਮੂਨੇਸ਼ਨ ਦੀ ਜਿਹੜੀ ਨੰਬਰਿੰਗ ਹੈ, ਅਸੀਂ ਇਸ ਕਰਕੇ ਕਿਉਂਕਿ ਬੜੇ ਕੁਐਸਚਨ ਜਿਹੜੇ ਸਟਿਲ ਇਨ ਕੁਐਸਚਨ ਹੀ ਰਹਿ ਗਏ ਨੇ ਸਿਰਫ ਟੌਏ ਪਿਸਟਲ ਦੇ ਕਹਿਣ ਦੇ ਨਾਲ ਹੀ। ਸੋ ਅੱਜ ਅਸੀਂ ਤੁਸੀਂ ਇਹ ਗੱਲ ਕਹਿ ਲਓ ਕਿ ਇਹ ਸਾਰੇ ਜਿਹੜੇ ਅਸੀਂ ਜਿਹੜੇ ਇਸ਼ੂਜ਼ ਨੇ, ਕਿਉਂਕਿ ਦੇਖੋ ਬੜੀ ਗੱਲ ਕਲੀਅਰ ਹੈ ਕਿ ਬਾਇਸ ਟੋਟਲੀ ਦਿਖ ਰਹੀ ਹੈ ਉਹਨਾਂ ਦੀ ਇਨਵੈਸਟੀਗੇਸ਼ਨ। ਸੋ ਅੱਜ ਅਸੀਂ ਲੀਗਲ ਰਿਪਰੈਜ਼ੈਂਟੇਸ਼ਨ ਤੁਸੀਂ ਕਹੋ ਵੀ ਕਮਲ ਬਾਜਵਾ ਅਤੇ ਯੁਵਰਾਜ ਸੇਠੀ ਸਾਡੇ ਜਿਨ੍ਹਾਂ ਨੇ ਸਾਨੂੰ ਹਾਇਰ ਕੀਤਾ ਇਸ ਕੇਸ ਦੇ ਵਿੱਚ, ਅੱਜ ਅਸੀਂ ਹਾਈ ਕੋਰਟ ਤੋਂ ਅਸੀਂ ਅੱਜ ਇਸ਼ੂ ਕੀਤੀਆਂ ਨੇ ਜੀ। ਅਸੀਂ ਉਹਦੇ ਵਿੱਚ ਜਿਹੜੀਆਂ ਪਾਰਟੀਆਂ ਬਣਾਈਆਂ ਨੇ, ਬੜਾ ਇੱਥੇ ਜ਼ਰੂਰੀ ਹੈ ਮੈਨੂੰ ਤੁਹਾਨੂੰ ਇੱਥੇ ਦੱਸਣਾ, ਉਹਦੇ 'ਚ ਅਸੀਂ ਪਾਰਟੀ ਬਣਾਈ ਹੈ, ਫਸਟ ਪਾਰਟੀ ਬਣਾਈ ਹੈ ਅਸੀਂ ਓਨੇਬਲ ਹੋਮ ਮਿਨਿਸਟਰ ਆਫ ਇੰਡੀਆ ਅਮਿਤ ਸ਼ਾਹ ਜੀ ਨੂੰ ਅਸੀਂ ਪਾਰਟੀ ਬਣਾਇਆ ਹੈ ਜੀ। ਸੈਕੰਡ ਪਾਰਟੀ ਅਸੀਂ ਉਹਨਾਂ ਨੂੰ ਬਣਾਇਆ ਸੀ, ਉਹਨਾਂ ਨੂੰ ਪਾਰਟੀ ਬਣਾਇਆ ਕਿ ਜੀ ਤੁਸੀਂ ਜਿਹੜੀ ਇਹ ਇਨਵੈਸਟੀਗੇਸ਼ਨ ਹੈ ਇਹ ਪੰਜਾਬ ਪੁਲਿਸ ਤੋਂ ਲੈ ਕੇ ਤੁਸੀਂ CBI ਨੂੰ ਇਮੀਡੀਏਟਲੀ ਹੈਂਡਓਵਰ ਕਰੋ, ਸਾਰਾ ਇਨਫਰਾਸਟ੍ਰਕਚਰ ਟੋਟਲੀ ਜਿਹੜਾ ਉਹ CBI ਨੂੰ ਹੈਂਡਓਵਰ ਕੀਤਾ ਜਾਵੇ। ਸੈਕੰਡ ਪਾਰਟੀ ਅਸੀਂ ਬਣਾਇਆ ਇਸ ਕੇਸ ਦੇ ਵਿੱਚ ਜੀ ਟੂ ਦੀ ਓਨੇਬਲ ਡਾਇਰੈਕਟਰ ਜਿਹੜਾ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਨਾਰਥ ਬਲਾਕ ਦਿੱਲੀ, ਅਸੀਂ ਉਹਨਾਂ ਨੂੰ ਬਣਾਇਆ। ਤੀਜੀ ਪਾਰਟੀ ਅਸੀਂ ਇਹਦੇ ਵਿੱਚ ਹੋਮ ਸੈਕਟਰੀ ਡਿਪਾਰਟਮੈਂਟ ਆਫ ਹੋਮ ਨਾਰਥ ਬਲਾਕ ਦਿੱਲੀ ਵੀ ਬੈਠਦੇ ਨੇ, ਅਸੀਂ ਉਹਨਾਂ ਨੂੰ ਬਣਾਇਆ। ਸੋ ਅਸੀਂ ਇਹਦੇ 'ਚ ਇਹ ਅਸੀਂ ਇਹਦੇ 'ਚ ਇਹ ਮੰਗ ਕੀਤੀ ਹੈ ਕਿ ਜੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਹੈ ਉਹ ਟੋਟਲੀ ਬਾਇਸ ਤੇ ਡਿਫੈਕਟਿਵ ਹੈ, ਔਰ ਤੁਸੀਂ ਇਹ ਗੱਲ ਕਹਿ ਲਓ ਕਿ ਇਹਦੇ ਵਿੱਚ AK-47 ਪ੍ਰੋਹਿਬਿਟਡ ਬੋਰ ਜਿਹੜਾ ਕਿ ਤੁਸੀਂ ਕਹਿ ਲਓ ਕਿ ਇੰਡੀਆ ਦਾ ਸਭ ਤੋਂ ਜਿਹੜਾ ਸੁਪੀਰੀਅਰ ਤੁਸੀਂ ਕਹਿ ਲਓ ਵੈਪਨ ਹੈ ਉਹ ਯੂਜ਼ ਹੋਇਆ ਜੀ, ਠੀਕ ਹੈ, ਔਰ ਉਹਦੀ ਕੋਈ ਰਿਕਵਰੀ ਨਹੀਂ, ਔਰ ਉਹਨਾਂ ਜਿਨ੍ਹਾਂ ਨੇ ਯੂਜ਼ ਕੀਤਾ ਕਲਪ੍ਰਿਟਸ ਨੂੰ ਉਹਨਾਂ ਨੂੰ ਸ਼ੀਲਡ ਕੀਤਾ ਜਾ ਰਿਹਾ ਹੈ। ਪੁਲਿਸ ਖੁਦ ਇਨਵੋਲਵ ਹੈ, ਇਹ ਇੱਕ ਵੱਡਾ ਰੀਜ਼ਨ ਹੈ ਸਾਡਾ CBI ਮੰਗਣ ਦਾ, ਕਿਉਂਕਿ ਪੰਜਾਬ ਪੁਲਿਸ ਇਨਵੋਲਵ ਹੈ ਤੇ ਪੰਜਾਬ ਪੁਲਿਸ ਦੇ ਆਫੀਸਰਸ ਕੀ ਇਹਦੇ ਉੱਪਰ ਇਨਵੈਸਟੀਗੇਸ਼ਨ ਕਰਨਗੇ, ਇਹ ਸਾਡੇ ਮੇਨ ਰੀਜ਼ਨਸ ਨੇ। ਸੋ ਇਹਦੇ ਕਰਕੇ ਅੱਜ ਅਸੀਂ ਕਿਹਾ ਵੀ ਇਮੀਡੀਏਟਲੀ ਇਹਨੂੰ ਹੈਂਡਓਵਰ ਕੀਤਾ ਜਾਵੇ। ਗੱਲ ਕਰ ਦੂੰਗਾ ਮੈਂ, ਕਈ ਚੈਨਲਸ ਤੇ ਬੈਠਾ ਮੈਨੂੰ ਕਈ ਮੇਰੇ ਐਡਵੋਕੇਟਸ ਨੇ ਕਾਊਂਟਰ ਕੀਤਾ ਕਿ ਤੂੰ ਯਾਰ ਕੀ ਐਕਸਪੈਕਟ ਕਰਦਾ ਪੰਜਾਬ ਪੁਲਿਸ ਨੂੰ। ਮੈਂ ਉੱਥੇ ਇੱਕ ਗੱਲ ਕਹੀ, ਮੈਂ ਕਿਹਾ ਨਹੀਂ, ਸਾਡੇ ਬੜੇ ਡੈਕੋਰੇਟਡ ਆਫੀਸਰ ਨੇ, ਅਸੀਂ ਇਹਨਾਂ ਤੇ ਰਿਲਾਈ ਕਰਦੇ ਹਾਂ ਲਾ ਐਂਡ ਆਰਡਰ। ਪਰ ਮੈਂ ਅੱਜ ਬੜਾ ਡਿਸਅਪੁਆਇੰਟ ਹੋਇਆ
ਕਿ ਨਹੀਂ ਯਾਰ ਮੇਰੀ ਉੱਥੇ ਗਲਤੀ ਸੀ, ਸਾਨੂੰ ਉਦੋਂ ਹੀ ਸੀਬੀਆਈ ਵਾਲੀ ਗੱਲ ਜਾਂ ਕੋਈ ਨਾ ਕੋਈ ਹੋਰ ਕਰ ਲੈਣੀ ਚਾਹੀਦੀ ਸੀ, ਕਿਉਂਕਿ ਇੱਥੇ ਤਾਂ ਮੈਨੂੰ ਇਹ ਲੱਗ ਰਿਹਾ ਕਿ ਸਾਡੀ ਸਰਕਾਰ ਦੀ ਜਾਂ ਸਿਸਟਮ 'ਚ ਕੋਈ ਨਾ ਕੋਈ ਸਰ ਵੱਡੀ ਮਜਬੂਰੀ ਉਮੀਦ ਹੈ ਕਿ ਇਹ ਸੀਬੀਆਈ ਕੋਲ ਚਲੋ ਜਾ ਸਕਦੀ ਹੈ। ਇਹਦੇ 'ਚ ਮੈਂ ਇੱਕ ਪੋਜ਼ਿਟਿਵ ਜਿਹੜੀ ਪੋਜ਼ਿਟਿਵ ਚੀਜ਼ ਵੀ ਇਹਦੇ 'ਚੋਂ ਇੱਕ ਵੇਵ ਮੈਨੂੰ ਮਿਲਦੀ ਏ, ਪੋਜ਼ਿਟਿਵ ਇਹ ਮਿਲਦੀ ਹੈ ਕਿ ਜੀ ਸਰ ਸੀਬੀਆਈ ਉਦੋਂ ਟ੍ਰਾਂਸਫਰ ਹੁੰਦੀ ਏ ਜਦੋਂ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਲੂਪ ਹੋਲਸ ਹੋਣ ਸੀਰੀਅਸ, ਜਦੋਂ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਕਲੀਅਰ ਡਿਫੈਕਟਸ ਦਿਖਣ, ਉਹਨਾਂ ਕੇਸਾਂ 'ਚ ਸੀਬੀਆਈ ਹੁੰਦੀ ਏ। ਸੋ ਹੁਣ ਮੈਨੂੰ ਲੱਗਦਾ ਵੀ ਸਾਡੇ ਕੋਲ ਗਰਾਊਂਡਸ ਤਿਆਰ ਨੇ ਫॉर ਸੀਬੀਆਈ। ਚਲੋ ਬਹੁਤ ਧੰਨਵਾਦ ਘੁੰਮਣ ਸਾਹਿਬ ਗੱਲਬਾਤ ਕਰਨ ਦੇ ਲਈ। ਸੋ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਕੀਲ ਘੁੰਮਣ ਸਾਹਿਬ ਨੂੰ ਤੁਸੀਂ ਗੱਲਬਾਤ ਸੁਣੀ ਹੈ। ਸਿੱਧੂ ਮੂਸੇਵਾਲਾ ਨੂੰ ਅੰਤਰਿਮ ਜ਼ਮਾਨਤ ਮਿਲ ਗਈ ਹੈ, ਹਾਲਾਂਕਿ ਅਗਲੀ ਸੁਣਵਾਈ ਜਿਹੜੀ ਹੈ ਉਹ ਸੰਗਰੂਰ ਅਦਾਲਤ ਦੇ ਵਿੱਚ 15 ਜੁਲਾਈ ਨੂੰ ਹੋਣੀ ਹੈ, ਪਰ ਸੀਬੀਆਈ ਇਨਵੈਸਟੀਗੇਸ਼ਨ ਦੀ ਮੰਗ ਇਸ ਦੇ ਵਿੱਚ ਕੀਤੀ ਜਾ ਰਹੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਏਗਾ ਕਿ ਕੀ ਕੁਝ ਅੱਗੇ ਹੁੰਦਾ ਹੈ। ਫਿਲਹਾਲ ਕੈਮਰਾਮੈਨ ਗਗਨ ਦੇ ਨਾਲ ਰਣਬੀਰ ਸਿੰਘ ਰਾਣਾ।